रियल स्टेट का कोई सवाल पीके सब्रवाल। पीके जी बहुत बहुत स्वागत है सर, वेलकम। थैंक यू वेरी मच यूदेश जी एंड वेरी गुड आफ्टरनून टू ऑल आवर लिसनर्स जी। गुड आफ्टरनून सर। और पंकज जी ਤੁਹਾਡਾ बहुत बहुत स्वागत है, वेलकम सर। पंकज जी ਤੁਹਾਡਾ ਫੋਨ ਮੇਰੇ ਖਿਆਲ ਮਿਊਟ ਹੈਗਾ, ਫੋਨ ਤੁਸੀਂ ਅਨਮਿਊਟ ਕਰ ਲਓ ਪੰਕਜ ਜੀ। सॉरी, थैंक यू वेरी मच जी। गुड आफ्टरनून मेरी तरफ से सब लोग, थैंक यू। गुड आफ्टरनून जी, गुड आफ्टरनून। ਪਹਿਲਾਂ ਅਸੀਂ ਜਿੱਥੇ ਰੀਅਲ ਸਟੇਟ ਔਰ ਇਕਨੋਮੀ ਇਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਫਾਈਨੈਂਸ਼ੀਅਲ ਪਲੈਨਿੰਗ ਇਹਦੀ ਸਾਰੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਖਾਸ ਰਿਪੋਰਟ G20 ਸਮਿਟ ਦੇ ਉੱਤੇ ਜਿੱਥੇ ਕਿ ਅਸੀਂ ਜ਼ਿਕਰ ਕਰ ਹੀ ਰਹੇ ਹਾਂ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੀਡੀਓ ਅਸੀਂ ਤੁਹਾਨੂੰ ਚੈਨਲ ਵਾਈਜ਼ ਤੇ ਦਿਖਾ ਰਹੇ ਹਾਂ। ਸ਼ਾਮ ਨੂੰ 7 ਵਜੇ ਵਾਲੀਆਂ ਖਬਰਾਂ 'ਚ ਵੀਡੀਓ ਵਿਦ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਬੁਲੀ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਤਰ੍ਹਾਂ ਨਾਲ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਚਾਈਨਾ ਦੇ ਰਾਸ਼ਟਰਪਤੀ ਨੇ ਔਨ ਕੈਮਰਾ। ਸਾਰਾ ਰਿਕਾਰਡ, ਸਾਰੀ ਵੀਡੀਓ ਤੁਹਾਡੇ ਨਾਲ ਸ਼ਾਮ 7 ਵਜੇ ਵਾਲੀ ਖਬਰਾਂ ਸ਼ੇਅਰ ਕਰਾਂਗੇ। ਔਰ ਕੱਲ ਥਰਸਡੇ G20 ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਕਿ 11 ਸਾਡੇ ਇੱਥੇ ਦੇ ਜਿਹੜੇ ਕੈਂਡੀਡੇਟਸ ਨੇ ਕਿਸ ਤਰ੍ਹਾਂ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਚਾਈਨਾ ਦੁਆਰਾ ਕੀਤੀ ਗਈ। ਇਲੈਕਸ਼ਨ ਦੇ ਦਰਮਿਆਨ ਪੈਸੇ ਵੀ ਦਿੱਤੇ ਗਏ, ਮਿਲੀਅਨਸ ਆਫ ਡਾਲਰ ਵੰਡੇ ਗਏ ਚਾਈਨਾ ਦੇ ਦੁਆਰਾ। ਇੱਥੇ ਦੇ ਜਿਹੜੇ ਉਹਨਾਂ ਦੇ ਐਲੀਗੇਸ਼ਨ ਨੇ, ਉਹਨਾਂ ਦੇ ਖਿਲਾਫ ਐਲੀਗੇਸ਼ਨ ਇਸ ਰਿਪੋਰਟ ਦੇ ਵਿੱਚ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਰਿਪੋਰਟ ਤਿਆਰ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਨਾਲ ਕੈਬਨਿਟ ਮਿਨਿਸਟਰਸ ਨੂੰ ਦਿੱਤੀ। ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੇ ਮਾਮਲੇ 'ਚ ਕਿ 11 ਕੈਂਡੀਡੇਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਚਾਈਨਾ ਨੇ ਕੀਤੀ ਔਰ ਪੈਸਾ ਵੀ ਵੰਡਣ ਦੀ ਕੋਸ਼ਿਸ਼ ਕੀਤੀ। ਹੁਣ ਇਹਨੂੰ ਜਦੋਂ ਕਾਊਂਟਰ ਕੀਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤੇ ਚਾਈਨੀਜ਼ ਪ੍ਰੈਜ਼ੀਡੈਂਟ ਨੇ ਆ ਕੇ ਧਮਕਾਉਣ ਦੀ, ਬੁਲੀ ਕਰਨ ਦੀ ਕੋਸ਼ਿਸ਼ ਜਸਟਿਨ ਟਰੂਡੋ ਸਾਹਿਬ ਨੂੰ ਕੀਤੀ। ਸਾਹਮਣੇ ਔਨ ਕੈਮਰਾ ਸਾਰਾ ਕੁਝ ਤੁਸੀਂ ਵੀਡੀਓ ਸਾਰੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸ਼ਾਮ ਨੂੰ ਅੱਜ ਖਬਰਾਂ 'ਚ ਦਿਖਾਵਾਂਗੇ ਔਰ ਕੱਲ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ। ਬੈਕਗਰਾਉਂਡਰ ਕੀ ਹੈ, ਇਹ ਲੜਾਈ ਇੰਨੀ ਵੱਧ ਕਿੱਦਾਂ ਗਈ। ਔਰ ਜੇ ਤੁਹਾਨੂੰ ਯਾਦ ਹੋਏ ਕਿ ਮੈਂ ਡਾਇਰੈਕਟਲੀ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਪੁੱਛਿਆ ਸੀਗਾ, ਉਸ ਤਰ੍ਹਾਂ ਮੈਂ ਤੇ ਹਰ ਕੈਬਨਿਟ ਮਿਨਿਸਟਰ ਨੂੰ ਪੁੱਛਿਆ ਕਿ ਤੁਸੀਂ ਚਾਈਨਾ ਨੂੰ ਪੁੱਛਦੇ ਕਿਉਂ ਨਹੀਂ ਹੋ, ਕੁਐਸਚਨ ਕਿਉਂ ਨਹੀਂ ਕਰਦੇ। ਔਰ ਹੁਣ ਕੁਐਸਚਨ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਸ ਵੇਲੇ ਜਦੋਂ ਮੇਰਾ ਇੰਟਰਵਿਊ ਸੀਗਾ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਦੇ ਨਾਲ ਤੇ ਉਹਨਾਂ ਨੇ ਕਿਹਾ ਸੀਗਾ ਕਿ ਬਿਲਕੁਲ ਸਮੇਂ ਆਉਣ ਦਿਓ, ਅਸੀਂ ਪੁੱਛਾਂਗੇ। ਮੈਨੂੰ ਲੱਗਦਾ ਨਹੀਂ ਸੀਗਾ ਕਿ ਇੰਨੀ ਅਗਰੈਸਿਵਲੀ ਕੈਨੇਡਾ ਪੁੱਛੇਗਾ ਇਹ ਸਾਰਾ ਕੁਝ। ਔਰ ਜਿਹੜੀ ਪਾਲਿਸੀ ਆਉਣ ਜਾ ਰਹੀ ਹੈ ਕਿ ਜੇ ਕਿਸੇ ਦਾ ਕੋਈ ਬਿਜ਼ਨਸ ਹੈ ਚਾਈਨਾ ਦੇ ਵਿੱਚ, ਸੋ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਰਲੀ ਜੋਲੀ ਨੇ ਪਹਿਲਾਂ ਹੀ ਵਾਰਨਿੰਗ ਦੇ ਦਿੱਤੀ ਹੈ। ਉਹਨਾਂ ਦੀ ਕਲੀਅਰ ਵਾਰਨਿੰਗ ਹੈ, ਬੜੀ ਖੁੱਲ੍ਹ ਕੇ ਉਹਨਾਂ ਨੇ ਗੱਲ ਕੀਤੀ ਹੈ। ਫੋਰਨ ਅਫੇਅਰਸ ਮਿਨਿਸਟਰ ਮੈਰਲੀ ਜੋਲੀ, ਉਹਨਾਂ ਦੇ ਨਾਲ ਵੀ ਅਸੀਂ ਇੰਟਰਵਿਊ ਕੀਤਾ ਸੀਗਾ। ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈ ਕਿ ਜੇ ਚਾਈਨਾ ਦੇ ਨਾਲ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤੇ ਕੈਨੇਡਾ ਦੀ ਇੱਕ ਬੜੀ ਇੰਪੋਰਟੈਂਟ ਪਾਲਿਸੀ ਆਉਣ ਜਾ ਰਹੀ ਹੈ ਚਾਈਨਾ ਦੇ ਬਾਰੇ। ਸੋ ਉਹਦੇ ਬਾਰੇ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਕੱਲ ਥਰਸਡੇ ਮੈਂ ਬਰੀਫ ਰਿਪੋਰਟ ਪੇਸ਼ ਕਰਾਂਗਾ। ਫਿਰ ਜਦੋਂ ਪਾਲਿਸੀ ਆ ਜਾਏਗੀ ਫਿਰ ਡਿਟੇਲ ਰਿਪੋਰਟ। G20 ਸਮਿਟ ਦੇ ਵਿੱਚ ਕੀ ਕੁਝ ਹੋਇਆ, ਰਸ਼ੀਆ ਦੇ ਰਾਸ਼ਟਰਪਤੀ ਨਹੀਂ ਆਏ, ਕਿਉਂ ਨਹੀਂ ਆਏ, ਕਿਹਨੇ ਕਿਹਦੇ ਨਾਲ ਮੁਲਾਕਾਤ ਕੀਤੀ, ਸ਼ੀ ਜਿਨਪਿੰਗ ਦੇ ਨਾਲ ਕੈਨੇਡਾ ਦਾ ਤਾਂ ਟਕਰਾਵ ਚੱਲ ਹੀ ਰਿਹਾ ਹੈ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੀ ਵੀ ਮੁਲਾਕਾਤ ਨਹੀਂ ਹੋਈ, ਸਿਰਫ ਡਿਨਰ ਦੇ ਉੱਤੇ ਹੱਥ ਮਿਲਾਏ, ਦੇ ਐਕਸਚੇਂਜ ਦ ਪਲੇਜ਼ੈਂਟਰੀਜ਼ ਔਰ ਉਸ ਤੋਂ ਬਾਅਦ ਵਾਪਸ ਚਲੇ ਗਏ। ਸੋ ਕੱਲ ਥਰਸਡੇ ਮੈਂ ਇਹਦੀ ਖਾਸ ਰਿਪੋਰਟ ਜਿਹੜੀ ਹੈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗਾ। ਘਰ ਦੇ ਵਿੱਚ TV ਔਰ ਚੈਨਲ ਵਾਈ ਨਹੀਂ ਹੈ ਤੇ ਬੜਾ ਕੁਝ ਮਿਸ ਕਰ ਰਹੇ ਹੋ। ਬਾਹਰ ਡਰਾਈਵ ਕਰ ਰਹੇ ਹੋ ਤਾਂ ਰੇਡੀਓ ਵਾਈ ਹਮੇਸ਼ਾ ਤੁਸੀਂ ਔਨ ਰੱਖਣਾ ਹੈ ਔਰ ਜੇ ਘਰ ਦੇ ਵਿੱਚ ਹੋ ਤਾਂ ਫਿਰ ਤੁਸੀਂ ਚੈਨਲ ਵਾਈ ਤੁਸੀਂ ਔਨ ਰੱਖਣਾ ਹੈ। ਤੁਹਾਨੂੰ ਮਿੰਟ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ। ਤੁਹਾਡੇ ਟੈਕਸਟ ਆ ਰਹੇ ਨੇ ਕਿ ਉਹ ਤੁਸੀਂ ਸਟ੍ਰਾਈਕ ਬਾਰੇ ਅਸੀਂ ਸਵੇਰੇ ਦੱਸ ਚੁੱਕੇ ਹਾਂ। ਜਦੋਂ ਹੁਣ ਕੋਈ ਚੇਂਜ ਹੋਏਗਾ ਫਿਰ ਦੱਸ ਦਿਆਂਗੇ। ਸਵੇਰੇ ਤੁਹਾਨੂੰ ਸਾਰੀ ਕਵਰੇਜ ਦੇਤੀ ਹੈ। ਫਿਲਹਾਲ ਤੇ ਕੋਈ ਗੱਲਬਾਤ ਬਣ ਨਹੀਂ ਰਹੀ ਹੈਗੀ। QP ਨੇ ਕਹਿਤਾ ਹੈ ਲੋਰਾ ਵਾਲਟਨ ਕਹਿ ਰਹੇ ਨੇ ਕਿ ਸਾਡੇ ਐਜੂਕੇਸ਼ਨ ਵਰਕਰ ਜਿਹੜੇ ਨੇ ਜੀ ਉਹ ਮੰਡੇ ਨੂੰ ਸਟ੍ਰਾਈਕ ਤੇ ਚਲੇ ਜਾਣਾ ਹੈ ਤੇ ਜੇ ਸਰਕਾਰ ਨੇ ਸਾਡੀ ਮੰਗ ਨਹੀਂ ਮੰਨੀ। ਸਰਕਾਰ ਕਹਿ ਰਹੀ ਹੈ ਕਿ ਵੀ ਆਰ ਵੈਰੀ ਡਿਸਅਪੁਆਇੰਟਡ। ਸਟੀਫਨ ਲਾਚੇ ਨੇ ਇਹ ਬਿਆਨ ਦੇ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਅਸੀਂ ਬੜੀ ਸਾਰੀ ਇੰਪਰੂਵਡ ਆਫਰ ਇਹਨਾਂ ਨੂੰ ਦਿੱਤੀ ਹੈ ਪਰ ਇਹਨਾਂ ਨੇ ਮੰਨਿਆ ਨਹੀਂ। ਖੈਰ ਇਹ ਸਾਰੀਆਂ ਚੀਜ਼ਾਂ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗਾ। 12 ਤੋਂ 2 ਸਾਡੇ ਕੋਲ ਸਮੇਂ ਕਾਫੀ ਹੈ, 2 ਘੰਟੇ ਬਾਰੀ ਸਾਰੇ ਟੌਪਿਕਸ G20, ਸਾਡੀ ਸਟ੍ਰਾਈਕ ਔਰ ਪੰਜਾਬ ਦੀਆਂ 3 ਖਬਰਾਂ ਮੈਂ ਸ਼ੇਅਰ ਕਰਨੀਆਂ। ਸਪੋਰਟਸ ਦੀ ਰਿਪੋਰਟ, ਇੰਡੀਆ ਤੋਂ ਸਾਡੇ ਨਾਲ ਲਿੰਦਰਜੀਤ ਬਖਸ਼ੀ ਜੀ ਜੁੜਨਗੇ ਅੱਗੇ ਚੱਲ ਕੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਮਹਿਮਾਨ ਜਿਹੜੇ ਜੁੜੇ ਨੇ ਉਹਨਾਂ ਦੇ ਨਾਲ ਹੁਣ ਇਸ ਟਾਈਮ ਜਿਹੜਾ ਅਗਲਾ ਅਸੀਂ 20-25 ਮਿੰਟ ਆ ਸਿਰਫ ਰੀਅਲ ਸਟੇਟ, ਇਕੋਨਮੀ, ਫਾਈਨੈਂਸ, ਮੌਰਗੇਜ, ਇੰਟਰਸਟ ਰੇਟ, ਸਿਰਫ ਇਹਦੀ ਹੀ ਗੱਲ ਕਰਾਂਗੇ ਜੀ। ਹਾਂਜੀ ਅਗਲੀ ਕਾਲ ਤੇਜਿੰਦਰ ਸਾਹਿਬ ਤੁਸੀਂ ਆਨ ਦੇ ਰਹੋ ਜੀ, ਗੋ ਹੈਡ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਤੇ ਕੁਐਸਚਨ ਆ ਜੀ ਦੋਨਾਂ ਆਪਣੇ PK ਜੀ ਨੂੰ ਤੇ ਮੋਂਗਾ ਜੀ ਨੂੰ, ਬਈ ਜਿਵੇਂ ਹੁਣ ਇੱਕ ਪਾਸੇ ਤਾਂ ਟਰੂਡੋ ਸਾਹਿਬ ਨੇ ਇਮੀਗ੍ਰੇਸ਼ਨ ਖੋਲੀ ਹੈ ਵੀ 5 ਲੱਖ ਬੰਦਾ ਅਸੀਂ ਹੋਰ ਇਮੀਗ੍ਰੈਂਟ ਬਣਾਉਣਾ, ਪਰ ਜਿੱਥੇ ਤੱਕ ਮੈਂ ਪੜ੍ਹਿਆ ਉਹ 5 ਲੱਖ ਬਾਹਰੋਂ ਨਹੀਂ ਆ ਰਿਹਾ ਜੀ। ਉਹਨਾਂ ਵਿੱਚੋਂ ਅਪ ਟੂ 70% ਆਲਰੇਡੀ ਕੈਨੇਡਾ 'ਚ ਹੈਗੇ ਜਿਨ੍ਹਾਂ ਨੂੰ PR ਮਿਲੇਗੀ। ਤੇ ਇੱਕ ਸਾਥ ਦੱਸਿਓ ਵੀ ਇਹਦੇ ਬਾਰੇ ਆਹ ਇਨਫੋਰਮੇਸ਼ਨ ਰਾਈਟ ਆ ਜਾਂ ਰੋਂਗ। ਸੈਕੰਡਲੀ ਤੇ ਇੱਕ ਪਾਸੇ ਆਪਣਾ ਬੈਂਕ ਆਫ ਕੈਨੇਡਾ ਕੋਸ਼ਿਸ਼ ਕਰ ਰਿਹਾ ਸੈਕਸ਼ਨ ਲਿਆਉਣ ਦੀ ਵੀ ਜੌਬ ਲਾਸਿਸ ਹੋਣ, ਤੇ ਦੂਸਰੇ ਪਾਸੇ ਆਪਾਂ ਬੰਦੇ ਅੰਦਰ ਹੋਰ ਲੈ ਕੇ ਆਉਣਾ ਚਾਹੁੰਦੇ ਹਾਂ। ਤੇ ਆਹ ਕਾਊਂਟਰ ਇੰਟੂਟਿਵ ਪਾਲਿਸੀਜ਼ ਨਹੀਂ ਚੱਲ ਰਹੀਆਂ ਬੈਂਕ ਆਫ ਕੈਨੇਡਾ ਦੀਆਂ ਤੇ ਗਵਰਨਮੈਂਟ ਦੀਆਂ, ਜਾਂ ਇਹਨਾਂ 'ਚ ਆਪਸ 'ਚ ਇਹਨਾਂ ਦਾ ਤਾਲਮੇਲ ਹੈ ਨਹੀਂ ਗਾ। ਪਲੀਜ਼ ਇਹ ਤੇ ਕਮੈਂਟ ਕਰਿਓ, ਮੈਂ ਫਿਰ ਸੁਣ ਲੈਂਦਾ ਜੀ। ਥੈਂਕ ਯੂ ਸਰ। ਮੈਂ ਇੱਕ ਲਾਂਗਾ ਫਿਰ ਮੋਗਾ ਜੀ ਐਕਸਪਰਟ ਨੇ ਇਹ ਤੇ ਮੈਜੋਰਟੀ ਆਫ ਦਾ ਇਕਨੋਮੀ ਤਾਂ ਆਲਰੇਡੀ ਕਹਿ ਰਹੇ ਨੇ ਕਿ ਕਨਫਿਊਜ਼ ਸਟੇਟਸ ਇਹਨਾਂ ਦਾ ਬਣਿਆ ਪਿਆ ਇਸ ਗੱਲ ਕਿ ਖੁਦ ਹੀ ਕਨਫਿਊਜ਼ ਨੇ ਹੈ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ। ਇਹ ਤੇ ਮੈਂ ਬਹੁਤ ਵਾਰ ਪੜ੍ਹ ਚੁੱਕਿਆ ਕਈ ਇਕਨੋਮਿਸਟ ਦੇ ਵਿਚਾਰ। ਜੀ ਮੋਗਾ ਜੀ।
जी बिल्कुल पीके जी तुम सही कह रहे हो। एक्चुअली हो की रहा है सर, वो इमीग्रेशन तो लियानी है सर, वो तो अलग चीज है, ਅਸੀਂ ਸ਼ੋਰਟ ਆ ਬੇਸਿਕਲੀ। ਸੋ ਉਹ ਤਾਂ ਚੱਲਦੀ ਰਹੇਗੀ। ਉਹਨਾਂ ਨੇ ਥੋੜੇ ਜਿਹੇ ਨੰਬਰ ਵਧਾਏ ਨੇ ਕਿਉਂਕਿ ਉਹ 2020 ਚ ਲਿਆ ਨਹੀਂ ਪਾਏ ਜਾਂ ਜੋ ਵੀ ਉਹ ਕਰਨਾ ਚਾਹ ਰਹੇ ਨੇ। ਅਗਰ ਉਹਦਾ ਨਹੀਂ ਆਣਗੇ ਤਾਂ ਆਉਣ ਵਾਲਾ ਜਿਹੜਾ ਟਾਈਮ ਹੈ ਸਾਡੇ ਵਾਸਤੇ ਫਿਰ ਟਾਈਟ ਹੋ ਜਾਏਗਾ, ਫਿਰ ਇਸੇ ਤਰ੍ਹਾਂ ਸਿਚੁਏਸ਼ਨ ਖੜੀ ਹੋ ਜਾਵੇਗੀ। ਰਿਸੈਸ਼ਨ ਤੋਂ ਬਾਅਦ ਜਦੋਂ ਗਰੋਥ ਸ਼ੁਰੂ ਹੋਵੇਗੀ ਸਾਨੂੰ ਇਹ ਲੋਕ ਚਾਹੀਦੇ ਨੇ ਜਿਹੜੇ ਆਦੇ ਪਏ ਨੇ। ਅਗਰ ਇਹ ਲੋਕ ਨਹੀਂ ਲਿਆਵਾਂਗੇ ਤਾਂ ਫਿਰ ਅਸੀਂ ਉਸੇ ਸਿਚੁਏਸ਼ਨ 'ਚ ਖੜੇ ਹੋ ਜਾਵਾਂਗੇ, ਵੈਕੈਂਸੀਆਂ ਪਈਆਂ ਹੋਣਗੀਆਂ, ਸਾਡੇ ਕੋਲ ਲੋਕ ਹੋਣਗੇ ਨਹੀਂ, ਫਿਰ ਇਨਫਲੇਸ਼ਨ ਵਧੇਗੀ, ਫਿਰ ਵੇਜਿਸ ਵਧਣਗੀਆਂ। ਸੋ ਥੋੜਾ ਜਿਹਾ ਸਾਨੂੰ ਕੀਮੋ ਲੈਣਾ ਪਏਗਾ ਸਰ। ਇਸ ਵੇਲੇ ਕੈਂਸਰ ਹੋ ਚੁੱਕਿਆ ਹੈ, ਦਰਦ ਸਹਿਣਾ ਪਏਗਾ। 1 ਸਾਲ 1.5 ਸਾਲ ਹਲੇ ਲੋਕ ਆਣਗੇ, ਉਹ ਵੀ ਸਫਰ ਕਰਨਗੇ, ਇੱਥੋਂ ਵਾਲੇ ਵੀ ਸਫਰ ਕਰਨਗੇ ਜਿਹੜੇ ਲੋ ਇਨਕਮ 'ਚ ਬੈਠੇ ਨੇ। ਉਸ ਤੋਂ ਬਾਅਦ ਧੀਰੇ ਧੀਰੇ ਚੀਜ਼ ਠੀਕ ਹੋਵੇਗੀ, ਰਿਸੈਸ਼ਨ ਲਿਆਣਾ ਪਏਗਾ ਜੀ। ਅੱਛਾ, ਇਹਦੇ ਤੇ ਮੈਂ ਦੱਸਵਾਂ ਕਿ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਹੋਣਾ ਦੇ ਨਾਲ ਅਸੀਂ ਇੰਟਰਵਿਊ ਕੀਤੀ ਸੀਗੀ। ਸੋ ਉਹ ਸਾਰੀ ਤੁਸੀਂ ਡਿਟੇਲ ਦੇ ਵਿੱਚ ਇੰਟਰਵਿਊ ਸ਼ਾਇਦ ਤੇਜਿੰਦਰ ਸਾਹਿਬ ਤੁਸੀਂ ਜ਼ਰੂਰ ਦੇਖ ਲੈਣਾ ਕਰਦੇ ਹੋ। ਔਰ ਮੈਂ ਇੱਥੇ ਦੱਸਵਾਂ ਕਿ ਸਾਰੀਆਂ ਜਿਹੜੀਆਂ ਸਾਡੀਆਂ ਇੰਟਰਵਿਊਜ਼ ਨੇ, ਹੁਣ ਅਸੀਂ ਪਹਿਲਾਂ Y+, ਮੈਂ ਦੁਬਾਰਾ ਦੱਸ ਦਵਾਂ ਵੀ ਘਰ ਦੇ ਵਿੱਚ ਤੁਹਾਡੇ ਕੋਲ ਜੇ ਟੀਵੀ ਹੈ ਤੇ Y+ ਜ਼ਰੂਰ ਸਰਚ ਕਰ ਲਓ। IPTV ਦੇ ਉੱਤੇ ਹਰ IPTV ਤੇ Y+ ਆਉਂਦਾ ਹੈ। ਇਹ 24/7 ਆਲ ਇੰਗਲਿਸ਼ ਚੈਨਲ ਹੈ। ਸਾਡਾ ਜਿਹੜਾ ਚੈਨਲ Y ਹੈ ਉਹ ਪੰਜਾਬੀ, ਹਿੰਦੀ, ਉਰਦੂ ਤਾਂ ਚੱਲ ਹੀ ਰਿਹਾ ਹੈ। ਲੇਕਿਨ ਜਿੱਦਾਂ ਹੁਣ ਸ਼ੌਨ ਫਰੇਜ਼ਰ ਤੁਹਾਡਾ ਇਹ ਸਵਾਲ ਉਹ 'ਚ ਪੂਰੀ ਕਲੈਰਿਟੀ ਹੈ। ਜਿਹੜਾ ਤੁਸੀਂ ਪੁੱਛਿਆ ਨਾ ਕਿ ਜੀ 5 ਲੱਖ ਦੇ ਵਿੱਚੋਂ 70% ਤੇ ਉਹਨਾਂ ਨੇ ਇੱਥੇ ਬੈਠੇ ਨੇ, ਬਿਲਕੁਲ ਇਹ ਮੈਂ ਇਸ ਲਈ ਕਹਿਣਾ ਜੀ ਕਿ ਜੀ ਇਹ WhatsApp ਮੀਡੀਆ ਜਾਂ ਸੋਸ਼ਲ ਮੀਡੀਆ ਫੇਕ ਬੁੱਕ ਜੇ ਉੱਥੋਂ ਪੜ੍ਹੀਆਂ ਸਾਰੀਆਂ ਖਬਰਾਂ ਤੇ ਉਹਦੀ ਬਜਾਏ ਜੇ ਤੁਸੀਂ Y ਮੀਡੀਆ ਫੋਲੋ ਕਰੋਗੇ ਤੇ ਤੁਹਾਨੂੰ ਸਾਰੀ ਖਬਰ ਐਕੂਰੇਟਲੀ ਮਿਲ ਜਾਏਗੀ। ਸ਼ੌਨ ਫਰੇਜ਼ਰ ਸਾਹਿਬ ਦੇ ਨਾਲ ਸਾਡਾ ਜਿਹੜਾ ਇੰਟਰਵਿਊ ਹੈ ਉਹ ਤੁਸੀਂ Y+, ਮੈਂ ਦੁਬਾਰਾ ਦੁਹਰਾ ਦਿਆਂ, ਚੈਨਲ Y ਤੇ ਵੀ ਆਉਂਦਾ ਇੰਟਰਵਿਊ, ਇਸ ਵੀਕਐਂਡ ਤੇ ਆਏਗਾ। ਪਰ ਸਾਡੇ ਕੋਲ ਕਿਉਂਕਿ ਚੈਨਲ Y ਤੇ ਕਿਉਂਕਿ ਪੰਜਾਬ ਦੀਆਂ ਖਬਰਾਂ ਆਉਣੀਆਂ ਹੁੰਦੀਆਂ, ਡੇਲੀ ਇੰਡੀਆ ਦੀਆਂ ਖਬਰਾਂ, ਫਿਰ ਹੋਰ ਅਸੀਂ ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਟਾਕ ਸ਼ੋ ਬੜੇ ਚੱਲਦੇ, ਸ਼ਾਮੀ ਲਾਈਵ 'ਚ ਹੁੰਦੇ ਨੇ। ਸੋ ਇਸ ਕਾਰਨ Y+ ਵੀ ਨਾਲ ਜ਼ਰੂਰ ਸੇਵ ਕਰ ਲਓ। ਮੈਂ ਦੁਬਾਰਾ ਦੱਸਵਾਂ ਤੇਜਿੰਦਰ ਸਾਹਿਬ ਤੁਹਾਨੂੰ ਕਿ ਜਿਹੜਾ ਤੁਹਾਡਾ IPTV ਹੈ ਨਾ, ਉਹਦੇ 'ਚ ਦੋਨੋਂ ਚੈਨਲ ਸੇਵ ਕਰ ਲਓ। ਇੱਕ ਚੈਨਲ Y IPTV 'ਚ ਔਰ ਹਰ IPTV ਦੇ ਵਿੱਚ। ਸਾਨੂੰ ਤਾਂ ਹੁਣ ਅਮਰੀਕਾ ਤੱਕ ਤੋਂ ਕਾਲਸ ਆਉਂਦੀਆਂ ਕਿਉਂਕਿ ਅਮਰੀਕਾ ਦੀ ਵੀ ਕਾਫੀ ਅਸੀਂ ਪੋਲਿਟਿਕਸ ਕਵਰ ਕਰ ਰਹੇ ਹਾਂ। ਉਹਦੇ ਵਿੱਚ 24/7 ਆਲ ਇੰਗਲਿਸ਼ ਚੈਨਲ ਹੈ। ਉਹਦੇ ਵਿੱਚ ਅਨੀਤਾ ਆਨੰਦ ਜੀ ਦਾ ਇੰਟਰਵਿਊ ਰੀਸੈਂਟਲੀ ਕੀਤਾ ਸੀ, ਉਹ ਸਾਰਾ ਇੰਟਰਵਿਊ ਤੁਹਾਨੂੰ ਉਹ 'ਚ ਮਿਲੇਗਾ। ਸ਼ੌਨ ਫਰੇਜ਼ਰ ਦਾ ਸਾਹਿਬ ਦੇ ਨਾਲ ਜਿਹੜਾ ਇੰਟਰਵਿਊ ਇੰਗਲਿਸ਼ ਦੇ ਵਿੱਚ ਉਹ ਮਿਲੇਗਾ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਇੰਟਰਵਿਊ, ਹੰਟਰ ਮਿਲਬੋਰਨ ਹੁਣਾਂ ਨਾਲ ਕੱਲ ਅਸੀਂ ਇੰਟਰਵਿਊ ਕੀਤਾ ਹੈਗਾ, ਉਹ ਤੁਹਾਨੂੰ ਇੰਟਰਵਿਊ ਉਹਦੇ ਵਿੱਚ ਮਿਲੇਗਾ Y+। ਔਰ ਸਾਰੀ ਜਿਹੜੀ ਕੈਨੇਡਾ ਦੀ ਪ੍ਰੋਗਰਾਮਿੰਗ ਆ ਸਾਰੀ, ਸਟੀਫਨ ਲਾਚੇ ਸਾਹਿਬ ਦੇ ਨਾਲ ਜਿਹੜੇ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਇੰਟਰਵਿਊ ਕੀਤਾ, ਉਹ ਤੁਹਾਨੂੰ ਉਹਦੇ 'ਚ ਮਿਲੇਗਾ। ਕੱਲ ਵੌਨ, ਬਰੈਂਪਟਨ ਤੇ ਇੱਧਰ ਬਰਲਿੰਗਟਨ ਤੇ ਇੱਧਰ ਮਿਸੀਸਾਗਾ ਤੇ ਟੋਰਾਂਟੋ ਜਿਹੜੀਆਂ ਇਹ ਕੌਂਸਲਸ ਨਵੀਆਂ ਆਈਆਂ ਨੇ, ਉਹਨਾਂ ਸਾਰਿਆਂ ਦੀ ਡਿਟੇਲ ਰਿਪੋਰਟ, ਇੰਟਰਵਿਊ ਉਹ ਸਾਰੇ ਤੁਹਾਨੂੰ ਉਹਦੇ 'ਚ ਮਿਲਣਗੇ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਸਰ, ਉਹਦੇ ਜਿਹੜਾ 4,05,000 ਬੰਦਾ ਉਹਨਾਂ ਨੇ ਪਿਛਲੇ ਸਾਲ ਮੰਗਾਇਆ ਸੀਗਾ। ਇਸ ਸਾਲ ਜਿਹੜੇ ਬੰਦੇ ਮੰਗਾਣੇ ਨੇ ਜੀ, ਇਸ ਸਾਲ ਦਾ ਟਾਰਗੇਟ ਆ 2022 ਦੇ ਵਿੱਚ 450 ਦੇ ਆਸ-ਪਾਸ ਹੋ ਸਕਦਾ ਹੈ। ਅਗਲੇ ਸਾਲ ਦਾ ਟਾਰਗੇਟ ਹੈ 465,000। ਉਸ ਤੋਂ ਬਾਅਦ 2024 ਦੇ ਵਿੱਚ 485,000 ਤੇ 5 ਲੱਖ ਬੰਦਾ, 500,000 ਉਹਨਾਂ ਨੇ ਮੰਗਾਣੇ ਆ 2025 ਤੱਕ। ਏਦਾਂ ਔਰ ਤੇਜ਼ੀ ਨਾਲ ਰੇਜ਼ ਕਰ ਰਹੇ ਨੇ ਇਸ ਸਾਰੀ ਚੀਜ਼ ਨੂੰ। ਇਹਦੇ ਵਿੱਚ ਮੈਂ ਬਰੀਫ ਦੱਸ ਦਿੰਦਾ, ਜ਼ਿਆਦਾ ਡਿਟੇਲ ਤੁਸੀਂ ਇੰਟਰਵਿਊ ਦੇਖ ਲੈਣਾ। ਮੈਂ ਦੁਬਾਰਾ ਦੱਸ ਰਿਹਾ, Y+, ਆਪਣੇ IP ਬਾਕਸ 2 ਚੈਨਲ ਫੇਵਰੇਟ ਸੇਵ ਕਰ ਲਓ। ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ 'ਚ ਦੇਖਣਾ ਹੈ ਤੇ ਤੁਸੀਂ, ਔਰ ਜੇ ਇੰਡੀਆ ਦੀਆਂ ਖਬਰਾਂ ਹੈ ਤੇ ਚੈਨਲ Y, ਔਰ ਜੇ ਤੁਸੀਂ ਆਲ ਇੰਗਲਿਸ਼ ਦੇਖਣਾ ਹੈ, ਲੋਕਲ ਹਰ ਖਬਰ ਹੈ ਉਹਦੀ ਬਹੁਤ ਛੋਟੀ ਡਿਟੇਲ ਕਵਰੇਜ ਹੈ, ਤੇ ਫਿਰ ਤੁਸੀਂ Y+ ਸੇਵ ਕਰ ਲਓ। ਉਹਦੇ 'ਚ ਉਹਨਾਂ ਨੇ ਕਿਹਾ ਹੈ PNP ਪ੍ਰੋਗਰਾਮ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ, ਉਹਦੇ 'ਚ ਨੰਬਰ ਵਧਾ ਰਹੇ ਨੇ, ਸਕਿਲਡ ਕੈਟੇਗਰੀ 'ਚ ਨੰਬਰ ਵਧਾ ਰਹੇ ਨੇ, ਪੇਰੈਂਟਸ ਰੀਯੂਨੀਅਨ ਜਿਹੜਾ ਉਹ ਨੰਬਰ ਵਧਾ ਰਹੇ ਨੇ। ਇੱਥੇ ਜਿਹੜੇ ਬੈਠੇ ਨੇ, ਯੈਸ ਉਹਨਾਂ ਨੂੰ ਮੌਕਾ ਜ਼ਰੂਰ ਦੇ ਰਹੇ ਨੇ, ਪਰ ਉਹਦੀ ਗਿਣਤੀ ਇਹਦੇ 'ਚ ਬਿਲਕੁਲ ਨਾ ਦੇ ਬਰਾਬਰ ਹੈ। ਔਰ ਮੇਨ ਰੀਜ਼ਨ ਉਹਨਾਂ ਨੇ ਦੱਸ ਦਿੱਤਾ ਹੈ ਕਿ ਸਾਡੇ ਇੱਥੇ 1 ਮਿਲੀਅਨ ਜੌਬਸ ਖਾਲੀ ਪਈਆਂ ਨੇ। 1 ਮਿਲੀਅਨ ਲੇਬਰ ਸ਼ਾਰਟੇਜ ਹੋਈ ਇੱਥੇ, ਬੜੀ ਵੱਡੀ ਲੇਬਰ ਸ਼ਾਰਟੇਜ ਹੈ ਇਸ ਵੇਲੇ। ਦੂਸਰਾ ਉਹਨਾਂ ਨੇ ਕਿਹਾ ਕਿ ਬਰਥ ਰੇਟ ਸਾਡਾ ਇੱਥੇ ਵੈਸੇ ਹੀ ਘੱਟ ਹੈ, 1.4% ਹੈ ਸਾਡਾ ਜਿਹੜਾ ਬਰਥ ਰੇਟ ਹੈ। ਔਰ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹ ਏਜਿੰਗ ਪੋਪੂਲੇਸ਼ਨ ਹੈ, ਅਸੀਂ ਯੰਗ ਕੰਟਰੀ ਨਹੀਂ ਰਹਿ ਗਏ। ਇਸ ਕਾਰਨ ਉੱਥੋਂ ਯੰਗ ਲੋਕਾਂ ਨੂੰ ਇੱਥੇ ਲੈ ਕੇ ਆਉਣ ਦੀ ਬੜੀ ਤੇਜ਼ੀ ਨਾਲ ਜ਼ਰੂਰਤ ਹੈ। ਇਹ ਡਿਟੇਲ ਇੰਟਰਵਿਊ ਤੁਸੀਂ ਉਹਦੇ ਦੇਖ ਲੈਣਾ। ਹੋਰ ਬੜੇ ਸਾਰੇ ਸਵਾਲ ਮੈਂ ਉਹਨਾਂ ਨੂੰ ਪੁੱਛੇ ਨੇ, ਉਹ ਤੁਸੀਂ ਉਹਦੇ 'ਚ ਦੇਖ ਲੈਣਾ। ਥੈਂਕ ਯੂ ਜੀ। ਰਿਕੁਐਸਟ ਆ ਵੀ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਆਪਾਂ YouTube Y ਮੀਡੀਆ ਜਿਹੜਾ ਚੈਨਲ ਆ ਉਹਦੇ ਤੇ ਪਾ ਸਕਦੇ ਹਾਂ ਵੀ ਕਈ ਵਾਰ ਹੁਣ ਟੀਵੀ ਦੇ ਸਾਹਮਣੇ ਨਹੀਂ ਹੁੰਦੇ ਡਿਊਰਿੰਗ ਦ ਡੇ, ਰਾਈਟ, ਲਾਈਕ ਵੀ ਆਰ ਆਲਵੇਜ਼ ਆਊਟ ਐਂਡ ਅਬਾਊਟ, ਤਾਂ ਕਰਕੇ ਕਈ ਹੁਣ ਮਿਸ ਹੋ ਜਾਂਦੀ ਹੈ ਜਦੋਂ ਉਹਦੇ ਤੇ Y+ ਜਾਂ Y ਆਪਣੇ ਪੰਜਾਬੀ ਤੇ ਆਉਂਦੀਆਂ ਨੇ। ਕੋਸ਼ਿਸ਼ ਤਾਂ ਕਰੀਦੀ ਹੈ ਫੋਲੋ ਅਪ ਕਰਨ ਦੀ, ਪਰ ਜੇ ਕਿਤੇ ਉਹ YouTube ਤੇ ਮਤਲਬ ਇੱਕ ਵਾਰ ਲਾਈਵ ਹੋ ਗਿਆ ਉਸ ਤੋਂ ਬਾਅਦ ਮੇਬੀ ਆਈ ਨੋ ਲਾਈਵ ਜਦੋਂ ਹੁੰਦਾ ਉਦੋਂ ਨਹੀਂ ਪਾ ਸਕਦੇ, ਪਰ ਮੇਬੀ ਆਫਟਰ ਅ ਵੀਕ ਔਰ 10 days ਸਮਥਿੰਗ ਲਾਈਕ ਦੈਟ ਵੀ YouTube ਤੇ ਪੈ ਜਾਣ ਤਾਂ ਸਾਰੇ ਮੇਰੇ ਖਿਆਲ ਨੂੰ ਹੋਰ ਕਾਫੀ ਵਿਊਅਰਸ ਵੀ ਵਾਚ ਕਰ ਸਕਦੇ ਆ। ਹਾਂਜੀ ਬਿਲਕੁਲ, ਜੇ ਤੁਸੀਂ YouTube ਤੇ ਸਰਚ ਕਰੋਗੇ Y ਮੀਡੀਆ ਗਰੁੱਪ ਜੇ ਤੁਸੀਂ ਸਰਚ ਕਰੋਗੇ ਉੱਥੇ Y ਮੀਡੀਆ ਆ ਜਾਏਗਾ।
ਵਾਈ ਮੀਡੀਆ ਗਰੁੱਪ ਸਰਚ ਕਰਨਾ, ਉੱਥੇ ਵਾਈ ਮੀਡੀਆ ਆ ਜਾਏਗਾ, ਤੁਸੀਂ ਉਹਨੂੰ ਸਬਸਕ੍ਰਾਈਬ ਕਰ ਲਓ। ਹਾਂ, ਉੱਥੇ ਦੇਰ ਨਾ ਆਉਂਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਿਉਂਕਿ ਸਾਡੀ ਪ੍ਰੋਡਕਸ਼ਨ ਜਿਹੜੀ ਹੈ ਉਹ ਮੇਨਲੀ ਸਾਡੀ ਸੋਸ਼ਲ ਮੀਡੀਆ ਲਈ ਨਹੀਂ ਹੈ। ਹਾਂ ਬਿਲਕੁਲ, ਤੁਸੀਂ ਜਿਸ ਤਰ੍ਹਾਂ ਹੁਕਮ ਕੀਤਾ ਹੈ ਅਸੀਂ ਹਫਤਾ 10 ਦਿਨ 15 ਦਿਨ ਬਾਅਦ ਉਹਦੇ ਤੇ ਪਾ ਦਿੰਦੇ ਇੰਟਰਵਿਊ ਸਾਰੇ, ਸੋ ਉਹ ਉਹਦੇ ਤੇ ਪੈ ਜਾਣਗੇ। ਪਰ ਜੇ ਤੁਸੀਂ ਫੌਰਨ ਸਾਰੀ ਜਾਣਕਾਰੀ ਲੈਣੀ ਹੈ ਤਾਂ ਫਿਰ ਵਾਈ ਪਲੱਸ, ਇਹ ਆਲ ਇੰਗਲਿਸ਼ ਹੈ ਜੀ, ਇਹਦੇ ਵਿੱਚ ਸਿਰਫ ਇੰਗਲਿਸ਼ ਦੀ ਪ੍ਰੋਗਰਾਮਿੰਗ ਹੈ ਔਰ ਬਹੁਤ ਸਾਰੇ ਇੱਥੇ ਦੇ ਯੰਗ ਰਿਪੋਰਟਰਸ ਮੈਂ ਉਹਦੇ ਲਈ ਹਾਇਰ ਕਰ ਰਿਹਾ ਔਰ ਆਲਰੇਡੀ ਪੈਨਲ ਡਿਸਕਸ਼ਨਸ ਵਾਸਤੇ ਟੋਟਲ ਇੰਗਲਿਸ਼ ਦੇ ਵਿੱਚ ਆ। ਸੈਕੰਡ ਜਨਰੇਸ਼ਨ ਜਿਹੜੀ ਆ ਜਾਂ ਜਿਹੜੇ ਹੋਰ ਕੱਲ ਸਾਡੀ ਗੱਲਬਾਤ ਹੋਈ ਸੀ CTV ਦੀ ਬੜੀ ਮਸ਼ਹੂਰ ਪੱਤਰਕਾਰ ਨੇ ਮਿਸ਼ੇਲ ਦੁਬੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਉਹਦੇ ਵਿੱਚ ਤੁਹਾਨੂੰ ਸਾਰੀ ਇੰਗਲਿਸ਼ ਪ੍ਰੋਗਰਾਮਿੰਗ ਜਿਹੜੀ ਹੈ ਉਹ ਤੁਹਾਨੂੰ ਉਹ 'ਚ ਮਿਲੇਗੀ, ਲੇਕਿਨ 10-15 ਦਿਨਾਂ ਬਾਅਦ ਤੁਹਾਨੂੰ ਇਹ ਸਾਰੀ ਉਹਦੇ ਤੇ YouTube ਤੇ ਅਵੇਲੇਬਲ ਹੋ ਜਾਏਗੀ। ਵਾਈ ਮੀਡੀਆ ਗਰੁੱਪ ਤੁਸੀਂ ਸਰਚ ਕਰਕੇ ਨਾ, ਵਾਈ ਮੀਡੀਆ ਗਰੁੱਪ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਉੱਥੇ ਵਾਈ ਮੀਡੀਆ ਦਾ ਲੋਗੋ ਆ ਜਾਏਗਾ। ਲੇਕਿਨ ਹਰ IP ਬਾਕਸ ਤੇ ਇਸ ਵੇਲੇ ਵਾਈ ਪਲੱਸ ਅਵੇਲੇਬਲ ਹੈ। ਥੈਂਕ ਯੂ ਸਰ। ਥੈਂਕ ਯੂ ਸਰ। ਥੈਂਕ ਯੂ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹੈਰੀ ਜੀ ਤੁਸੀਂ ਆਉਂਦੇ ਰਹੋ। ਹੈਰੀ ਜੀ ਗੋ ਹੈਡ। ਮੈਂ ਇੱਕ ਰਿਕੁਐਸਟ ਕਰਦਾ ਸਾਰੀ ਕਾਲਰਸ ਨੂੰ ਵੀ ਫੋਨ ਪਲੀਜ਼ ਮਿਊਟ ਰੱਖਣਾ। ਹੈਰੀ ਜੀ ਦੀ ਕਾਲ ਹੈ, ਹੈਰੀ ਜੀ ਤੋਂ ਬਾਅਦ ਕਮਲੇਸ਼ ਪਾਂਡਿਆ ਸਾਹਿਬ ਤੁਹਾਡੀ ਕਾਲ ਹੈ, ਅਲੀ ਸਾਹਿਬ ਤੁਹਾਡੀ ਕਾਲ ਹੈ, ਗੁਰਸ਼ਰਨ ਜੀ ਤੁਹਾਡੀ ਕਾਲ ਹੈ। ਬਾਰੀ ਸਾਰੀਆਂ ਕਾਲਸ ਲਵਾਂਗੇ, ਪਰ ਫੋਨ ਮਿਊਟ ਰੱਖ ਲੈਣਾ। ਜੇ ਤੁਹਾਡੀ ਲਾਈਨ ਨਹੀਂ ਮਿਲ ਰਹੀ ਤੇ ਦੈਨ ਪਲੀਜ਼ ਤੁਸੀਂ ਦੁਬਾਰਾ ਕਾਲ ਕਰ ਲੈਣਾ। ਨੈਕਸਟ ਕਾਲ ਹੈਰੀ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਗੋ ਹੈਡ। ਥੈਂਕ ਯੂ। ਮੋਂਗਾ ਸਾਹਿਬ ਤੋਂ ਮੈਂ ਇੱਕ ਕੁਐਸਚਨ ਸੀ, ਜਿਵੇਂ ਹੁਣ ਬਾਈਡਨ ਹੋਣਾ ਨੇ ਯੂਕਰੇਨ ਨੂੰ ਕਹਿ ਦਿੱਤਾ ਕਿ ਤੁਸੀਂ ਜੀ ਹੁਣ ਇੰਨੇ ਚਿਰ ਰੌਲਾ ਪਾਉਣ ਤੋਂ ਬਾਅਦ ਕਿ ਤੁਸੀਂ ਆਪਸ ਗੱਲ ਕਰ ਲਓ, ਤੇ ਇਹਦੇ ਨਾਲ ਆਉਣ ਵਾਲੀ ਇਕਨੋਮੀ ਵਿੱਚ ਕੁਝ ਫਰਕ ਪਊਗਾ? ਕਿਉਂਕਿ ਰਸ਼ੀਆ ਤੇ ਯੂਕਰੇਨ ਦੇ ਵਾਰ ਕਰਕੇ ਕਾਫੀ ਕੁਝ ਚੱਲ ਰਿਹਾ ਸੀਗਾ। ਤੇ ਜਦਵੀਰ ਜੀ ਮੈਂ ਤੁਹਾਨੂੰ ਮਾੜਾ ਕਰੈਕਟ ਕਰਨਾ ਚਾਹੁੰਦਾ, ਤੁਸੀਂ ਕਿਹਾ ਸੀ ਜੀ ਇੰਟਰਸਟ ਰੇਟ ਵਧੀ ਜਾਂਦੇ ਆ ਤੇ ਲੋਕੀ ਆਪਦੇ ਕਿਰਾਇਆ ਵਧਾਈ ਜਾਂਦੇ ਆ। ਯੂ ਕੈਨਟ ਡੂ ਦਿਸ ਥਿੰਗ। ਐਵੇਂ ਨਹੀਂ ਹੈ ਜੇ ਤੁਹਾਡੀ ਲੀਜ਼ ਹੋਈ ਆ ਤਾਂ ਤੁਸੀਂ ਜਿਹੜੇ ਕਿਰਾਏ ਤੇ ਬੈਠੇ ਹੋ ਉਸੇ ਕਰੋਗੇ। ਜੇ ਲੀਜ਼ ਤੋਂ ਬਾਅਦ ਵੀ ਵਧਾਉਣਾ ਤਾਂ 2.5 ਜਿਹੜੀ ਵੀ ਉਹਨਾਂ ਦੀ ਰੈਗੂਲੇਸ਼ਨ ਉਹ ਤੋਂ ਵੱਧ ਨਹੀਂ ਵਧਾ ਸਕਦੇ। ਤੇ ਲੋਕੀ ਜਿਹੜੇ ਹੁਣ ਲੈ ਕੇ ਹੁਣ ਹਾਇਰ ਕਿਰਾਏ ਦੇ ਉੱਤੇ ਲਾ ਰਹੇ ਨੇ, ਘਰ ਚੜ੍ਹ ਨਹੀਂ ਰਹੇ ਹੈਗੇ ਜੀ। ਹਾਇਰ ਕਿਰਾਏ ਤੇ ਲੋਕੀ ਨਹੀਂ ਲੈ ਪਾ ਰਹੇ ਕਿਉਂਕਿ ਲੋਕਾਂ ਦੀ ਅਫੋਰਡੇਬਿਲਟੀ ਹੈ ਨਹੀਂ। ਤੇ ਇਹ ਵਾਲੀ ਰੌਂਗ ਇਨਫੋਰਮੇਸ਼ਨ ਹੈ ਕਿ ਬੰਦਾ ਬੈਠਾ ਲੈਂਡਲੋਰਡ ਮੇਰਾ ਇੰਟਰਸਟ ਵੱਧ ਗਿਆ ਤਾਂ ਮੈਂ ਵਧਾ ਦੂੰਗਾ। ਤੇ ਉਹ ਜੀ ਮੈਂ ਥੋੜਾ ਜਿਹਾ ਕਰੈਕਟ ਕਰ ਰਿਹਾ, ਥੋੜਾ ਜਿਹਾ ਮੈਂ ਵੀ ਇਹਦੇ ਅੰਦਰ ਭਾਈ ਸਾਹਿਬ ਨੂੰ ਥੋੜਾ ਜਿਹਾ ਮੈਂ ਵੀ ਕਰੈਕਟ ਕਰਨਾ ਚਾਹਨਾ। ਇਹਨਾਂ ਦੀ ਗੱਲ ਬਹੁਤ ਹੱਦ ਤੱਕ ਠੀਕ ਹੈ, ਲੇਕਿਨ ਮੈਂ ਇੱਕ ਗੱਲ ਤੇ ਦੱਸਣਾ ਚਾਹਨਾ ਕਿ 2018 ਨਵੰਬਰ ਦੇ ਬਾਅਦ ਜਿਹੜੇ ਘਰ ਬਣੇ ਨੇ ਉਹਦੇ ਉੱਤੇ ਲੈਂਡਲੋਰਡ ਟੈਨੈਂਟ ਬੋਰਡ ਲਾਗੂ ਨਹੀਂ ਹੁੰਦਾ। ਇੱਥੇ ਭਾਈ ਸਾਹਿਬ ਥੋੜੇ ਗਲਤ ਨੇ। ਯੈਸ, ਉਹਦੇ ਬਾਅਦ ਤੁਸੀਂ ਫੇਅਰ ਮਾਰਕੀਟ ਵੈਲਿਊ ਤੇ ਕਿਰਾਇਆ ਵਧਾ ਸਕਦੇ ਹੋ 2018 ਦੇ ਬਾਅਦ ਜਿਹੜੇ ਘਰ ਬਣੇ ਨੇ ਉਹ। ਲੇਕਿਨ ਜਿਹੜੀ ਇਹਨਾਂ ਦੀ ਗੱਲ ਹੈ ਭਾਈ ਸਾਹਿਬ ਦੀ ਬਿਲਕੁਲ ਠੀਕ ਹੈ, ਜਿਹੜੇ 2018 ਤੋਂ ਪਹਿਲੇ ਦੇ ਬਣੇ ਘਰ ਨੇ ਉਹ ਲੈਂਡਲੋਰਡ ਟੈਨੈਂਟ ਬੋਰਡ ਦੀ ਇੰਸਟਰਕਸ਼ਨ ਨੂੰ ਫਾਲੋ ਕਰਨਗੇ, ਉਹਨਾਂ ਦੇ ਰੂਲਿੰਗ ਨੂੰ ਫਾਲੋ ਕਰਨਗੇ। ਲੇਕਿਨ ਫਿਰ ਵੀ ਉਹ ਆਪਣੇ ਟੈਨੈਂਟ ਨੂੰ ਸਾਲ ਜਾ ਕੇ ਕੰਟਰੈਕਟ ਹੈ ਉਸ ਤੋਂ ਬਾਅਦ ਨਹੀਂ ਕਰ ਸਕਦੇ। ਉਹਦੇ ਬਾਅਦ ਫੇਅਰ ਮਾਰਕੀਟ ਪ੍ਰਾਈਸ ਦੇ ਉੱਤੇ ਨੈਗੋਸ਼ੀਏਟ ਕਰ ਸਕਦੇ ਨੇ ਔਰ ਉਹਦੇ ਅੰਦਰ ਜ਼ਰੂਰੀ ਨਹੀਂ ਕਿ ਉਹਨੂੰ 2.5% ਜਾਣਾ ਪਏ। ਫੇਅਰ ਮਾਰਕੀਟ ਪ੍ਰਾਈਸ ਦੇ ਅੰਦਰ ਮੈਂ 7% ਤੱਕ ਕਿਰਾਇਆ ਵਧੇ ਦੇਖਿਆ, ਕਿਉਂਕਿ ਮਾਰਕੀਟ ਅਗਰ 3000 ਚੱਲ ਰਹੀ ਹੈ ਔਰ ਅਗਰ ਉਹ ਕਿਰਾਇਆ ਲੈ ਰਹੇ ਸੀ 2300 ਤੇ ਉਹ ਫੇਅਰ ਮਾਰਕੀਟ ਦੇ ਅੰਦਰ ਮੈਂ ਇੱਕ ਦੋ ਕੇਸ ਨਹੀਂ ਸਰ ਹਜ਼ਾरों ਕੇਸ ਦੇਖੇ ਨੇ। ਨਹੀਂ ਮੋਗਾ ਸਾਹਿਬ, ਮੈਂ ਉਹੀ ਗੱਲ ਸਬਰਵਾਲ ਸਾਹਿਬ ਉਹੀ ਗੱਲ ਕਰਾਂਗੇ। ਜੇ ਤੁਹਾਡਾ ਆਲਰੇਡੀ ਕੰਟਰੈਕਟ ਹੋਇਆ ਉਹਦੇ ਵਿੱਚ ਤੁਸੀਂ ਉਹ ਥੋੜੋ ਕਿ ਮਿਡ ਟਰਮ ਜਾ ਕੇ ਹੁਣ ਮੇਰਾ ਵੱਧ ਗਈ ਮੈਂ ਵਧਾ ਰਿਹਾ ਵਾ। ਨਹੀਂ, ਸਾਲ ਦੇ ਬਾਅਦ ਜੀ ਆਫਟਰ ਤੁਹਾਡੇ ਕੰਟਰੈਕਟ ਤੁਸੀਂ ਉਹਨੂੰ ਦੁਬਾਰਾ ਨੈਗੋਸ਼ੀਏਟ ਕਰ ਸਕਦੇ ਹੋ। ਕਿ ਤੁਸੀਂ ਵਿੱਚੋਂ ਕੰਟਰੈਕਟ ਵਿੱਚੋਂ ਨਹੀਂ ਵਧਾ ਸਕਦੇ। ਹੁਣ ਮੇਰਾ 3 ਮਹੀਨੇ ਪਹਿਲਾਂ ਚੜਿਆ ਹੋਵੇ ਤੇ ਹੁਣ ਉਹ ਬੰਦਾ ਮੇਰੀ ਇੰਟਰਸਟ ਰੇਟ ਵੱਧ ਗਿਆ ਤਾਂ ਮੈਂ ਥੋੜਾ ਉਹਨੂੰ ਕਹੂੰਗਾ ਕਿ ਹੁਣ ਕਰੂਗਾ। ਜੀ ਜੀ ਮੈਂ ਮੋਗਾ ਸਾਹਿਬ ਕੋਲ ਹੀ ਆਉਣਾ ਹੈ। ਹੈਰੀ ਸਾਹਿਬ, ਮੈਂ ਤੁਹਾਨੂੰ ਚੀਜ਼ ਦੱਸ ਦਵਾਂ ਕਿ ਵਾਈ ਮੀਡੀਆ ਤੇ ਜਿਹੜੀ ਵੀ ਅਸੀਂ ਚੀਜ਼ ਬੋਲਦੇ ਆ ਵਿਦ ਫੈਕਟਸ ਐਂਡ ਫਿਗਰ ਬੋਲਦੇ ਆ, ਬਿਨਾਂ ਫੈਕਟਰ ਫਿਗਰ ਤੋਂ ਕੋਈ ਚੀਜ਼ ਬਾਹਰ ਨਹੀਂ ਆਉਂਦੀ। ਹੁਣ ਤੁਸੀਂ ਮੇਰੇ 3 ਪੁਆਇੰਟ ਸੁਣ ਲਓ। ਇੱਕ ਤੇ ਪੀਕੇ ਜੀ ਥੈਂਕ ਯੂ, ਤੁਸੀਂ ਟੈਕਨੀਕਲ ਚੀਜ਼ ਦੱਸ ਹੀ ਦਿੱਤੀ ਹੈ। ਮੈਂ ਹੈਰੀ ਸਾਹਿਬ ਤੁਹਾਨੂੰ ਦੱਸ ਦਿੰਦਾ ਹੈ, ਜਦੋਂ ਕਿਰਾਇਆ ਲੀਜ਼ ਖਤਮ ਹੋਏਗੀ ਉਸ ਤੋਂ ਬਾਅਦ ਹੀ ਵਧੇਗਾ। ਅਸੀਂ ਇੱਥੇ ਰੇਡੀਓ ਤੇ ਔਰ ਟੀਵੀ ਤੇ ਮੈਂ ਘੱਟ ਤੋਂ ਘੱਟ ਮਿਨੀਮਮ ਬੋਲ ਰਿਹਾ, ਮਿਨੀਮਮ 4 ਵਾਰ ਨੰਬਰ ਦੇ ਚੁੱਕਾ ਹੈ। ਨੰਬਰ ਤੁਸੀਂ 5ਵੀਂ ਵਾਰ ਸੁਣ ਲਓ। 17.7% ਓਨਟਾਰੀਓ ਦੇ ਵਿੱਚ ਐਵਰੇਜ ਇਨਕਰੀਜ਼ ਆ ਜੀ, 17.7%। ਇਨਫਲੇਸ਼ਨ ਤੁਹਾਡੀ 6.9 ਤੇ ਬੈਠੀ ਹੈ, ਇਨਫਲੇਸ਼ਨ 6.9 ਤੇ ਬੈਠੀ ਹੈ, 2% ਹੋਣੀ ਚਾਹੀਦੀ ਹੈ। 17.7% ਇੱਥੇ ਵੱਧ ਗਿਆ ਹੈ ਓਨਟਾਰੀਓ 'ਚ। ਇਹ ਮੈਂ 4 ਵਾਰ ਦੱਸਿਆ, ਨੰਬਰ 5ਵੀਂ ਵਾਰ ਦੱਸ ਰਿਹਾ ਤੁਹਾਡੇ ਰੈਫਰੈਂਸ ਲਈ। ਐਲਬਰਟ BC ਦੇ ਵਿੱਚ ਵੱਧ ਗਿਆ 15.1% ਤੇ ਐਲਬਰਟਾ 'ਚ ਵੱਧ ਗਿਆ 13.2%। ਵਾਈ ਮੀਡੀਆ ਦਾ ਇੱਕੋ ਹੀ ਕੰਮ ਆ ਕਿ ਜ਼ੁਬਾਨੀ ਤੁਹਾਨੂੰ ਨੰਬਰ ਸਾਰੇ ਯਾਦ ਕਰਾ ਦੇਣੇ ਆ। ਰੀਅਲ ਸਟੇਟ ਏਜੰਟ ਵੀ ਜੇ ਸਾਡੇ ਸਾਹਮਣੇ ਆ ਕੇ ਬੈਠ ਜਾਏ ਨਾ, ਅੱਜ ਮੈਂ ਗੱਲ ਬੜੇ ਹੌਸਲੇ ਨਾਲ ਗੱਲ ਕਰਨ ਲੱਗਾ, ਇਹ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੁਸਤਾਖੀ ਨਾ ਹੋ ਜਾਏ। ਰੀਅਲ ਸਟੇਟ ਏਜੰਟ ਵੀ ਸਾਡੇ ਸਾਹਮਣੇ ਆ ਕੇ ਬੈਠ ਜਾਏ ਤੇ ਉਹਨੂੰ ਦੱਸ ਦੇਈਦੇ ਆ ਕਿ ਭਾਈ ਸਾਹਿਬ ਨੰਬਰ ਯਾਦ ਕਰਕੇ ਮੇਰੇ ਸਾਹਮਣੇ ਟੇਬਲ ਤੇ ਬੈਠਣਾ, ਕਿਉਂਕਿ ਯੁਧਵੀਰ ਜਸਵਾਲ ਰੋਜ਼ ਫਾਈਨੈਂਸ਼ੀਅਲ ਪੋਸਟ ਸਵੇਰੇ ਉੱਠ ਕੇ ਪੜ੍ਹਦਾ ਹੈ ਤੇ ਨੰਬਰ ਮੈਨੂੰ ਇਨਫਲੇਸ਼ਨ ਦੇ, ਅਨਐਮਪਲੋਇਮੈਂਟ ਦੇ, ਇਮੀਗ੍ਰੇਸ਼ਨ ਦੇ ਤੇ ਰੀਅਲ ਸਟੇਟ ਦੇ ਜ਼ੁਬਾਨੀ ਯਾਦ ਨੇ। ਠੀਕ ਹੈ ਨਹੀਂ ਕਿ ਮੈਂ ਕਦੇ ਵੀ ਜੇ ਕਾਗਜ਼ ਲੈ ਕੇ ਮੈਂ ਕਿਸੇ ਦਾ ਇੰਟਰਵਿਊ ਕਰਨ ਬੈਠ ਗਿਆ ਤੇ ਉਸ ਦਿਨ ਯੁਧਵੀਰ ਜਸਵਾਲ ਐਜ਼ ਅ ਪੱਤਰਕਾਰ ਫੇਲ ਹੋ ਗਿਆ, ਫੇਲ।
ਮੈਨੂੰ ਜ਼ੁਬਾਨੀ ਯਾਦ ਹੈ ਨੰਬਰ। ਮਜ਼ਾ ਤਾਂ ਹੈ ਤੁਹਾਨੂੰ ਭੁੱਲ ਜਾਣਗੇ ਨੰਬਰ, ਰੀਅਲ ਸਟੇਟ ਏਜੰਟ ਤੁਸੀਂ ਹੋਵੋਗੇ, ਪਰ ਤੁਹਾਨੂੰ ਨੰਬਰ ਭੁੱਲ ਜਾਣਗੇ, ਯੁੱਧਵੀਰ ਜਸਵਾਲ ਨੂੰ ਨੰਬਰ ਨਹੀਂ ਭੁੱਲਣਗੇ। ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ ਯੁੱਧਵੀਰ ਜੀ, ਸੌਰੀ ਵਿਚਕਾਰ ਐਨ ਰੁਕ ਕੇ, ਔਨ ਐਨ ਐਵਰੇਜ ਇੱਕ ਟੈਨੈਂਟ ਜਿਹੜਾ ਹੈਗਾ ਉਹ ਘਰ ਦੇ ਅੰਦਰ ਔਨ ਐਵਰੇਜ ਦੱਸਦਾ 4 years and 3 months ਐਵਰੇਜ ਹੈਗੀ ਰਹਿਣ ਦੀ। ਤੇ ਚਲੋ ਉਹਨੂੰ 4 ਸਾਲ ਵੀ ਮੰਨ ਲਓ, ਉਹਦੇ ਬਾਅਦ ਉਹਨੇ ਘਰੋਂ ਬਾਹਰ ਨਿਕਲਣਾ ਹੈ। ਜਿਸ ਵਕਤ ਉਹਨੇ ਘਰੋਂ ਬਾਹਰ ਨਿਕਲਣਾ ਹੈ, ਚਾਹੇ ਉਹ ਘਰ 2018 ਤੋਂ ਪਹਿਲੇ ਦਾ ਬਣਿਆ ਹੋਇਆ ਹੈ, ਫਿਰ ਲੈਂਡਲਾਰਡ ਫੇਅਰ ਮਾਰਕੀਟ ਪ੍ਰਾਈਸ ਦੇ ਉੱਤੇ ਜੇ ਮਰਜ਼ੀ ਪ੍ਰਾਈਸ ਲੱਗੇ ਉਹਨੂੰ ਕਿਰਾਏ ਤੇ ਚੜਾ ਸਕਦਾ। ਅਗਰ ਚੜਦਾ ਤੇ ਉਹ $6,000 ਮੰਗਦਾ, ਨਹੀਂ ਚੜੇਗਾ ਤੇ 5,000 ਆਏਗਾ, 5,000 ਦੇ 4,000। ਟੈਨੈਂਟ ਉਹਨੂੰ 2,000 ਦੇ ਰਿਹਾ, ਨੈਗੋਸ਼ੀਏਟ ਕਰਕੇ 3,000 ਕਰਦੇ, ਉਹਦੇ ਅੰਦਰ ਲੈਂਡਲਾਰਡ ਟੈਨੈਂਟ ਬੋਰਡ ਦਾ ਰੂਲ ਲਾਗੂ ਨਹੀਂ ਹੁੰਦਾ। ਤੇ ਐਵਰੇਜ 4.3 ਦੀ ਹੈਗੀ, 4 years 3 months ਦੀ ਐਵਰੇਜ ਹੈਗੀ। ਤੇ ਨੈਚੁਰਲੀ ਜਿਹੜੀ ਉਹ ਗੱਲ ਕਰ ਰਹੇ ਕਿ ਅਸੀਂ ਕਿਰਾਇਆ ਨਹੀਂ ਉਡਾ ਸਕਦੇ, ਲੈਂਡਲਾਰਡ ਟੈਨੈਂਟ ਬੋਰਡ ਸਾਡੇ ਤੇ ਲਾਗੂ ਹੁੰਦਾ, ਬਿਲਕੁਲ ਹੁੰਦਾ ਸਰ, ਪਰ ਅਲਟੀਮੇਟਲੀ ਜਿਸ ਕਦੋਂ ਟੈਨੈਂਟ ਜਾਂਦਾ ਹੈ तो ਤੁਸੀਂ ਫਿਰ ਨਵਾਂ ਰੇਟ ਨਾਲ ਡਿਸਕਸ ਕਰਦੇ ਹੋ। ਇਸ ਕਰਕੇ ਸਾਰੀ ਐਵਰੇਜ ਜਿਹੜੀ 17% ਆਈ ਨਾ ਉਹ ਇਫੈਕਟ ਕਰਦੀ ਹੈ ਉਹਦੇ ਉੱਤੇ ਵੀ। ਇਹ ਹੋ ਸਕਦਾ ਨਾ ਜੀ ਅਗਰ 17% ਜੰਪ ਹੋਇਆ, ਤੁਸੀਂ ਨਵਾਂ ਕਿਰਾਏ ਤੇ ਚੜਾ ਰਹੇ ਹੋ, ਕਹੋ ਜੀ ਮੈਂ ਤਾਂ 4% ਹੀ ਵਧਾਵਾਂਗਾ, ਤੁਸੀਂ ਐਵਰੇਜ ਦੇ ਹਿਸਾਬ ਨਾਲ ਵਧਾਓਗੇ ਤਾਂ ਉਹਦਾ ਅਸਰ ਹੁੰਦਾ ਹੀ ਹੁੰਦਾ ਹੈ। 17.7% ਜਿਹੜੀ ਗੱਲ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ, ਔਰ ਇਸ ਕਰਕੇ ਇਹਦਾ ਅਸਰ ਔਨ ਦਾ ਹੋਲ ਸਾਰਾ ਪੈਂਦਾ। ਸਾਡੇ ਆਪਣੇ ਟੈਨੈਂਟ ਤੇ ਕਿਰਾਏ ਵਧੇ ਨੇ, ਸਾਡੇ ਆਪਣੇ ਟੈਨੈਂਟ ਕਈ ਵਾਰ ਛੱਡ ਕੇ ਚਲੇ ਜਾਂਦੇ ਨੇ, ਸਾਲ 2 ਸਾਲ ਬਾਅਦ 3 ਸਾਲ ਬਾਅਦ ਮੈਂ ਜਾ ਰਿਹਾ, ਅਸੀਂ ਉਹਨਾਂ ਨੂੰ ਮਿਠਾਈ ਦਾ ਡੱਬਾ ਦਿੰਦੇ ਹਾਂ, ਮਾਈਲ ਦੀ ਬੋਤਲ ਦਿੰਦੇ ਹਾਂ, ਥੈਂਕ ਯੂ ਕਰਕੇ ਜਾਂਦੇ ਹਾਂ, ਉਹ ਅਸੀਂ ਨਵਾਂ ਟੈਨੈਂਟ ਨਵੇਂ ਹਿਸਾਬ ਨਾਲ ਅਸੀਂ ਨੈਗੋਸ਼ੀਏਟ ਕਰਨੇ ਆ, ਉਹਦਾ ਅਸਰ ਹੋਣਾ ਹੀ ਹੋਣਾ। ਬਿਲਕੁਲ ਠੀਕ ਕਰ ਰਹੇ ਹੋ ਜੀ ਤੁਸੀਂ। ਥੈਂਕ ਯੂ। ਮੈਂ 2 ਪੁਆਇੰਟ ਹੈਰੀ ਸਾਹਿਬ ਹੋਰ ਦੱਸ ਦਿੰਦਾ, ਫਿਰ ਤੁਸੀਂ ਕੋਈ ਨੰਬਰ ਦੱਸਣੇ ਜ਼ਰੂਰ ਸ਼ੇਅਰ ਕਰਨਾ। ਹੈਰੀ ਸਾਹਿਬ 2 ਪੁਆਇੰਟ ਹੋਰ ਦੱਸਵਾ ਕੁਇਕਲੀ। ਇੱਕ ਪੁਆਇੰਟ ਇਹ ਹੈ ਕਿ ਪੀਕੇ ਜੀ ਨੇ ਹੁਣੇ 70% ਨੰਬਰ ਦਿੱਤਾ। ਕੁਝ ਲੋਕ ਫਿਰ ਇੱਥੇ ਨਾ ਕੁਐਸਚਨ ਕਰ ਲੈਣ ਕਿ 17% ਤੇ ਮੰਨਿਆ ਓਨਟਾਰੀਓ 'ਚ, ਇਹ 70% ਕਿੱਥੇ ਹੈ ਸਰ? ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 70%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 70% ਰੈਂਟ ਇਨਕਰੀਜ਼ ਹੋ ਗਿਆ ਹੈ। ਹਾਲਾਂਕਿ ਮੈਂ BC ਦਾ ਨੰਬਰ ਤੁਹਾਨੂੰ 16% ਦੱਸਤਾ ਹੈ, ਓਨਟਾਰੀਓ ਦਾ 17.7 ਦੱਸਤਾ ਹੈ। ਤੁਸੀਂ ਨੋਵਾ ਸਕੋਸ਼ੀਆ ਚਲੇ ਜਾਓ, 34% ਰੈਂਟ ਇਨਕਰੀਜ਼ ਹੈ ਨੋਵਾ ਸਕੋਸ਼ੀਆ 'ਚ। ਹੁਣ ਮੈਂ ਅਗਲਾ ਪੁਆਇੰਟ ਦੱਸ ਦਿੰਦਾ ਹੈ, ਜਿਹੜਾ ਤੁਸੀਂ ਕਿਹਾ ਜੀ ਲੋਕਾਂ ਦੇ ਘਰ ਕਿਰਾਏ ਤੇ ਨਹੀਂ ਚੜ ਰਹੇ ਹੈਗੇ, ਠੀਕ ਹੈ, ਤੁਸੀਂ ਇਹ ਵੀ ਹੈਰੀ ਸਾਹਿਬ ਗੱਲ ਕੀਤੀ ਹੈ। ਸਰ ਮੇਰੀ ਹੋ ਸਕਦਾ ਹੈ ਕਿ ਮੇਰੀ ਜਾਣਕਾਰੀ ਗਲਤ ਹੋਏ, ਲੇਕਿਨ ਜਿੰਨੇ ਵੀ ਮੈਂ ਆਰਟੀਕਲਸ ਪੜ੍ਹ ਰਿਹਾ ਹਰ ਜਗ੍ਹਾ ਇਹੀ ਕਿਹਾ ਜਾ ਰਿਹਾ ਕਿ ਇਸ ਟਾਈਮ ਰੈਂਟਲ ਮਾਰਕੀਟ ਦੇ, ਕਿਉਂਕਿ ਸਰ ਜੇ ਲੋਕਾਂ ਦੇ ਘਰ ਕਿਰਾਏ ਤੇ ਨਹੀਂ ਚੜ ਰਹੇ ਤਾਂ ਫਿਰ ਰੈਂਟਲ ਮਾਰਕੀਟ ਦੇ ਥੱਲੇ ਆਣੀ ਚਾਹੀਦੀ ਹੈ। ਮੈਂ ਤਾਂ ਨੰਬਰ ਦੀ ਗੱਲ ਕਰ ਰਿਹਾ, ਇਹ ਲਗਾਤਾਰ ਉੱਪਰ ਜਾ ਰਹੀ ਹੈ। ਪਲੱਸ ਅੱਜ ਕੱਲ੍ਹ ਸਰ ਉਹ ਤੁਹਾਨੂੰ ਐਪਲੀਕੇਸ਼ਨ ਲੈ ਲੈਂਦੇ ਨੇ। ਮੈਂ ਤੁਹਾਨੂੰ 2 ਐਗਜ਼ਾਮਪਲ ਦੇ ਕੇ ਜ਼ਿਆਦਾ ਸਮਾਂ ਨਹੀਂ ਲੈਣਾ, ਕਿਉਂਕਿ ਜਦੋਂ ਮਾਹਿਰ ਬੈਠੇ ਹੋਣ, ਐਕਸਪਰਟ ਬੈਠੇ ਹੋਣ ਤੇ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। 2 ਐਗਜ਼ਾਮਪਲਸ ਕੁਇਕਲੀ ਦੇ ਦਿੰਦਾ। ਅੱਜ ਤੁਸੀਂ ਸਕੁਆਇਰ 1 ਦੇ ਵਿੱਚ, ਪੀਕੇ ਸਾਹਿਬ ਦੇ ਚੱਪਾ ਜਾਣਦੇ ਨੇ ਸਕੁਆਇਰ 1 ਜਾਂ ਟੋਰਾਂਟੋ ਦਾ, ਸਕੁਆਇਰ 1 ਦੇ ਵਿੱਚ ਤੁਸੀਂ ਸਰ 1 ਬੈਡਰੂਮ ਜੇ ਕੋਂਡੋ ਲੈਣਾ ਹੈ, ਉੱਥੇ ਤੁਹਾਨੂੰ 2200, 2400, 2500 ਤੇ ਘੱਟ, ਤੁਹਾਨੂੰ 2200-2425 ਤੋਂ ਘੱਟ ਸਕੁਆਇਰ 1 ਦੇ ਵਿੱਚ 1 ਬੈਡਰੂਮ ਦਾ ਕੋਂਡੋ ਨਹੀਂ ਮਿਲਦਾ ਰੈਂਟ ਤੇ। ਤੁਸੀਂ ਮੈਨੂੰ ਕਿਤੇ 1800, 2000 ਦਾ ਦਿਲਵਾ ਦਿਓ, ਔਰ ਮਿੰਤਾ ਕਰਕੇ 2200 ਦੇ ਵਿੱਚ ਮਿੰਤਾ ਕਰਕੇ ਕੰਮ ਹੈ ਕਿ ਤੁਹਾਨੂੰ, ਤੁਸੀਂ ਕਹੋ ਜੀ ਮੈਂ 2 ਬੈਡਰੂਮ ਲੈਣਾ ਚਾਹੁੰਦਾ ਹੈ, ਉਹ 2500 ਐਂਡ ਅਬਵ ਤੁਹਾਨੂੰ ਮਿਲੇਗਾ, 24-2500 ਜੇ ਤੁਸੀਂ ਸਕੁਆਇਰ 1 ਦੇ ਆਸ-ਪਾਸ ਕਿਤੇ ਵੀ ਲੈਣਾ ਚਾਹੋ। ਔਰ ਮੈਂ ਫਿਰ ਦੁਬਾਰਾ ਕਰ ਦਵਾਂ ਕਿ ਉਹ ਮਿੰਤਾਂ ਕਰਕੇ, ਰਿਕੁਐਸਟ ਕਰਕੇ, ਕਈ ਬੰਦੇ ਜੇ ਤੁਸੀਂ ਬਜਟ ਘੱਟ ਹੈ ਤੁਹਾਡਾ ਤੇ ਉਹ ਕਹਿੰਦੇ ਜੀ ਸਾਡੀ ਵਾਰੀ ਨਹੀਂ ਆਉਂਦੀ, ਸਾਨੂੰ ਜਿਹੜਾ ਲੈਂਡਲੋਰਡ ਹੈ, ਜਿਹੜਾ ਰੀਅਲਟਰ ਹੈ ਸਾਡਾ, ਉਹ ਕਹਿੰਦਾ ਜੀ ਅਸੀਂ ਤੁਹਾਡੀ ਐਪਲੀਕੇਸ਼ਨ ਪਾ ਦਿੱਤੀ ਹੈ, ਕੁਆਲੀਫਾਈ ਹੋਵੋਗੇ ਤਾਂ ਮਿਲੇਗਾ, ਨਹੀਂ ਤਾਂ ਬਸ ਇੰਨਾ ਹੀ ਦੱਸ ਦਿੰਦੇ ਨਹੀਂ ਜੀ ਨਹੀਂ ਤੁਹਾਨੂੰ ਤੁਹਾਡੀ ਸਿਲੈਕਸ਼ਨ ਨਹੀਂ ਹੋਈ। ਸੋ ਟੋਰਾਂਟੋ, ਮਿਸੀਸਾਗਾ ਰੈਂਟਲ ਮਾਰਕੀਟ ਬੜੀ ਹਾਈ ਹੈ। ਤੁਸੀਂ ਬੇਸਮੈਂਟ ਲੈਣ ਨਿਕਲੋ ਬਰੈਂਪਟਨ ਦੇ ਵਿੱਚ, ਇੰਨੀ ਆਸਾਨੀ ਨਾਲ ਬੇਸਮੈਂਟ ਨਹੀਂ ਮਿਲਦੀ। ਅਸੀਂ ਉਹ ਜ਼ਮਾਨਾ ਸੀਗਾ ਕਿ $700 'ਚ ਬੇਸਮੈਂਟ 'ਚ ਰਹਿੰਦੇ ਹੁੰਦੇ ਸੀ, ਅੱਜ ਤੁਸੀਂ 1500 ਦੇ ਕੇ ਵੀ ਮਿੰਤਾ ਕਰਕੇ ਬੇਸਮੈਂਟ ਮਿਲਦੀ ਹੈ। ਬਾਕੀ ਮੈਂ ਪੀਕੇ ਜੀ ਕੁਝ ਐਡ ਕਰਨਾ। ਹਾਂ, ਇਹਦੇ ਤੇ ਇੱਕ ਛੋਟਾ ਐਡ ਹੋਰ ਕਰਨਾ ਚਾਹਾਂਗਾ ਕਿ ਟੈਨੈਂਟ ਵੀ ਤਾਂ ਪੂਰੀ ਕੋਸ਼ਿਸ਼ ਕਰੇਗਾ ਆਪਣੇ ਵੱਲੋਂ ਕਿ ਉਹ ਨੈਗੋਸ਼ੀਏਟ ਕਰੇ ਤੇ ਉਹਨੂੰ ਸਸਤਾ ਮਿਲੇ। ਮਿਸੀਸਾਗਾ ਰੈਂਟਲ ਮਾਰਕੀਟ ਬੜੀ ਹਾਈ ਹੈ, ਤੁਸੀਂ ਬੇਸਮੈਂਟ ਲੈਣ ਨਿਕਲੋ ਬਰੈਂਪਟਨ ਦੇ ਵਿੱਚ। ਹਾਂਜੀ ਅਲੀ ਸਾਹਿਬ ਤੁਹਾਡੀ ਕਾਲ, ਅਲੀ ਸਾਹਿਬ ਤੁਹਾਡੀ ਕਾਲ ਅਗਲੀ ਹੈ, ਰੇਡੀਓ ਦੀ ਵੋਲਿਊਮ ਪਲੀਜ਼ ਬੰਦ ਕਰ ਲਓ ਅਲੀ ਸਾਹਿਬ। ਹਾਂਜੀ ਗੋ ਅਹੈਡ। ਹਾਂ ਮੈਂ ਕੰਟੀਨਿਊ ਕਰ ਸਕਦਾ ਜੀ? ਹੈਲੋ। ਹਾਂ ਦੇਖੋ, ਬੜੀ ਸਿੰਪਲ ਜੀ ਗੱਲ ਹੈਗੀ ਕਿ ਟੈਨੈਂਟ ਵੀ ਤੇ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਘੱਟ ਤੋਂ ਘੱਟ ਕਿਰਾਇਆ ਦੇ। ਉਹ ਵੀ ਦੇਖਦਾ ਕਿ ਇੱਕ ਬਿਲਡਿੰਗ ਦੇ ਅੰਦਰ 10 ਅਪਾਰਟਮੈਂਟ ਸੇਮ ਟਾਈਪ ਦੇ ਅਗਰ ਚੜੇ ਹੋਏ ਨੇ ਤਾਂ ਉਹ ਉਸ ਅੰਦਰ ਘੱਟ ਤੋਂ ਘੱਟ ਵਾਲੇ ਦੇ ਅੰਦਰ ਜਾਏਗਾ ਜਾਂ ਨੈਗੋਸ਼ੀਏਟ ਕਰੇਗਾ। ਜੋ ਬੰਦਾ ਇਹ ਕਹਿੰਦਾ ਕਿ ਜੀ ਮੇਰਾ ਕਿਰਾਇਆ ਤੇ ਨਹੀਂ ਚੜ ਰਿਹਾ, ਉਹ ਕੰਪੀਟੀਸ਼ਨ ਤੋਂ ਬਾਹਰ ਇਸ ਕਰਕੇ ਹੋ ਰਿਹਾ ਹੈਗਾ ਕਿਉਂਕਿ ਉਹ ਇੱਕ ਕਦਮ ਅੱਗੇ ਚੱਲਣਾ ਚਾਹੁੰਦਾ। ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ। ਮੰਨ ਲਓ ਇੱਕ ਬਿਲਡਿੰਗ ਦੇ ਅੰਦਰ 3400, ਕਿਉਂ ਮੈਂ 3400 ਇਸ ਕਰਕੇ ਮੇਰੇ ਬਜ਼ੁਰਗ, ਮੇਰੇ ਵੱਡੇ ਭਰਾ ਨੇ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਨਾ, ਉਹਨਾਂ ਦੇ ਪੈਰੀ ਹੱਥ ਲਗਾਉਣਾ, ਮੈਂ ਮੇਰੇ ਬਹੁਤ ਪੜ੍ਹੇ ਲਿਖੇ ਹਾਈਲੀ ਐਜੂਕੇਟਿਡ। ਗੱਲ ਹੈਗੀ ਕਿ ਕਈ ਵਾਰ ਕਈ ਚੀਜ਼ ਕਿਸੇ ਨੂੰ ਸਮਝ ਨਹੀਂ ਆਉਂਦੀ। ਹੁਣ ਸਮਝ ਕਰੋ ਬਿਲਡਿੰਗ ਦੇ ਅੰਦਰ 2 ਬੈਡਰੂਮ ਦੇ ਅੰਦਰ 3400 ਦੀ ਕਿਰਾਏ ਦੇ ਉੱਤੇ ਚੜੇ ਹੋਏ ਨੇ। ਹੁਣ ਅਗਰ 12 ਬੰਦਿਆਂ ਨੇ 3400 ਦੇ ਉੱਤੇ ਮੰਗੇ ਹੋਏ ਨੇ ਤੇ ਤੁਸੀਂ ਸਾਰੇ ਲਾਈਨ ਤੇ ਲੱਗੇ, ਤੁਸੀਂ ਉਹਨੂੰ ਅਗਰ ਜੰਪ ਕਰਨਾ ਹੈ
तो ਤੁਸੀਂ 3400 ਘਟਾ ਕੇ 3200 ਕਰ ਦਿਓ, 3300 ਕਰ ਦਿਓ, ਤੁਹਾਡਾ ਪਹਿਲੇ ਚੜ ਜਾਏਗਾ। ਮੈਂ ਸਿੰਪਲ ਐਗਜ਼ਾਮਪਲ ਦੇਣਾ ਕਿ ਅਗਰ ਤੁਸੀਂ ਕੰਪੀਟੀਸ਼ਨ ਦੇ ਅੰਦਰ ਖੜੇ ਹੀ ਨਹੀਂ ਹੋਏ, ਇੱਕ ਮਹੀਨਾ ਵੀ ਤੁਹਾਡਾ ਅਗਰ ਲੇਟ ਹੋ ਗਿਆ तो ਤੁਹਾਡਾ 3400 ਦਾ ਨੁਕਸਾਨ ਹੋ ਗਿਆ। ਲੇਕਿਨ ਅਗਰ ਤੁਸੀਂ $100 ਕੱਟ ਕਰਤਾ ਤੇ ਤੁਹਾਡਾ ਸਾਲ ਦਾ ਸਿਰਫ 1200 ਘਟਿਆ और ਉੱਥੇ 3400 ਬਚ ਗਿਆ, तो ਤੁਸੀਂ ਐਟਲੀਸਟ 2400 ਪ੍ਰੋਫਿਟ ਹੀ ਚਲੇ ਗਏ। ਦਿਸ ਇਜ਼ ਹਾਊ ਟੂ ਜੰਪ ਦਾ ਕਿਊ। और दूसरी गल जिस मैंने वो लोग कहते हैं क्योंकि लोग 3400 से चढ़ा रहे हैं, तुसी एक्सपोर्टर तुसी 3500 से चढ़ा दो, वो महामूर्खता है। मैं मतलब कि उन्होंने प्रोवाइज करके 3500 से चढ़ावांगा, अगला भी तो खुला है, अगले ने भी तो अखा खोली हुई ने, उन्होंने नजर आ रहा है कि 10-12 मेरे कॉन्डो उस बिल्डिंग में अंदर 3400 में चढ़ रहे हैं, मैं उन्हें 3500 क्यों दियाँगा भाई? और प्लस मैं किस मुरा लोगों को 3500 मंगागा? तो इस करके जो नहीं चढ़ रहे ना वो ਜਿਹਨੂੰ ਕਹਿੰਦੇ ਨੇ ਪ੍ਰੈਕਟੀਕਲ ਤਰੀਕੇ ਨਾਲ ਨਹੀਂ ਚੱਲਦੇ, ਉਹ ਕਹਿੰਦੇ ਨੇ ਚਲੋ ਜੀ ਇਮੋਸ਼ਨ ਨਾਲ ਚੱਲਦੇ ਨੇ ਕਿ ਮੇਰਾ $100 ਫਾਲਤੂ ਚੜਾ ਦਿਓ, ਇਸ ਕਰਕੇ ਇਹਨਾਂ ਦੇ ਕਿਰਾਏ ਤੇ ਕਈ ਵਾਰ ਨਹੀਂ ਚੜਦੇ ਜੀ। ਔਰ ਮੈਸੇਜ ਹੈ ਕਪਿਲ ਸਾਹਿਬ ਵੱਲੋਂ, ਕਹਿੰਦੇ ਜੀ ਸਾਡੀ ਬਿਲਡਿੰਗ ਦੇ ਵਿੱਚ ਰੈਂਟ ਜਿਹੜਾ ਸੀਗਾ 2 ਬੈਡਰੂਮ 2 ਵਾਸ਼ਰੂਮ ਦਾ 2500 ਸੀਗਾ, ਹੁਣ 3500 ਤੋਂ 5000 ਤੱਕ 3500 ਤੋਂ 5000 ਮੈਂ ਤਾਂ ਜੀ 2500 ਕਹਿ ਰਹੀ ਸੀ। ਇਹ ਜਿਹੜੀ ਮਰਲਿਨ ਮਨਰੋ ਸਟਾਈਲ ਬਿਲਡਿੰਗਸ ਨੇ, ਤੁਹਾਨੂੰ ਪਤਾ ਹੀ ਹੈ ਕਿ ਜੀ ਉੱਥੇ ਰਹਿੰਦੇ ਨੇ ਇਹ ਜੀ, ਉਹ ਰੈਂਟ ਦੇਖ ਲਓ ਕਿੱਥੇ ਜਾ ਰਿਹਾ, ਰੈਂਟ ਤੇ ਸਰ ਬਹੁਤ ਵੱਧ ਗਿਆ ਇਸ ਵੇਲੇ। ਹਾਂਜੀ ਅਗਲੀ ਕਾਲ ਜੀ। ਹਾਂਜੀ ਅਲੀ ਸਾਹਿਬ ਗੋ ਹੈਡ। ਹਾਂਜੀ ਜੀ ਯੁੱਧਵੀਰ ਜੀ, ਮੇਰਾ ਤੁਹਾਨੂੰ ਤੇ ਆ ਮੋਗਾ ਸਾਹਿਬ ਨੂੰ ਸਵਾਲ ਆ ਕਿ ਆ ਜਿਹੜੇ ਬੱਚਿਆਂ ਦੀ ਮੈਡੀਸਨ ਦੀ ਜਿਹੜੀ ਸ਼ਾਰਟੇਜ ਹੋਈ ਆ, ਇਹਦੇ ਵਿੱਚ ਜਿਹੜੇ ਕਸੂਰਵਾਰ ਆ ਟਰੂਡੋ ਸਾਹਿਬ ਆ ਕਿ ਜਿਹੜੀਆਂ ਕਾਰਪੋਰੇਸ਼ਨਾਂ ਦੇ CEO ਨੇ? ਤੁਸੀਂ ਦਿਓਗੇ ਇਸ ਜਵਾਬ ਯੁੱਧਵੀਰ ਜੀ? ਹਾਂਜੀ ਮੈਂ ਤੇ ਦੇਣਾ। ਹਾਂਜੀ ਦੋਨੋਂ ਹੀ ਨੇ, ਵੈਸੇ ਉਹਨਾਂ ਨੇ ਦੋਨੋਂ ਹੀ ਹੈਗੇ ਨੇ ਜੀ। ਹਾਂਜੀ ਵੈਸੇ ਉਹਨਾਂ ਨੇ ਦੱਸ ਦਿੱਤਾ ਹੈਗਾ ਹੈ ਕਿ ਅਸੀਂ ਮੈਡੀਸਨ ਸ਼ਾਰਟੇਜ ਜਿਹੜੀ ਹੋ ਰਹੀ ਹੈ ਕੈਨੇਡਾ ਦੇ ਵਿੱਚ, ਅਸੀਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਉਹਦੇ ਲਈ ਕੰਮ ਕਰ ਰਹੇ ਹਾਂ ਔਰ ਜਲਦੀ ਜਿਹੜੀ ਸ਼ਾਰਟੇਜ ਹੈ ਉਹ ਠੀਕ ਕਰ ਦਿੱਤੀ ਜਾਏਗੀ। ਮੇਨਲੀ ਤਾਂ ਜਿਹੜੀ ਬੱਚਿਆਂ ਦੀ ਜਿਹੜੀ ਮੈਡੀਸਨ ਹੈਗੀ ਹੈ ਨਾ ਜੀ, ਉਹਦੀ ਸ਼ਾਰਟੇਜ ਆ ਰਹੀ ਹੈ, ਖਾਸ ਕਰ ਜੇ ਉਹਨਾਂ ਨੂੰ ਪੇਨ ਔਰ ਫੀਵਰ ਦੀ ਜਿਹੜੀ ਮੈਡੀਸਨ ਹੈ ਉਹਦੀ ਸ਼ਾਰਟੇਜ ਆ ਰਹੀ ਹੈ। ਪਰ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ ਜਲਦੀ ਜਿਹੜੀ ਸਪਲਾਈ ਉਹਨੂੰ ਠੀਕ ਕਰਾਂਗੇ। ਨਹੀਂ ਯੁੱਧਵੀਰ ਜੀ, ਇਹਨਾਂ ਨੂੰ ਪ੍ਰੋਬਲਮ ਕੀ ਆ ਕਿ ਇਹਨਾਂ ਦੀ ਹਰ ਚੀਜ਼ ਦੇ ਉੱਤੇ ਪਕੜ ਲੇਟ ਹੁੰਦੀ ਆ ਕਿ ਦੇਖ ਲਓ 3 ਮਹੀਨੇ ਆਲਮੋਸਟ ਹੋਣ ਲੱਗਿਆ, 2 ਮਹੀਨੇ ਕਿ ਬੱਚਿਆਂ ਦੀ ਮੈਡੀਸਨ ਨਹੀਂ, ਈਵਨ ਬੜਿਆਂ ਦੀ ਕੱਫ ਦੀ ਮੈਡੀਸਨ ਨਹੀਂ ਮਿਲਦੀ ਪਈ। ਤੇ ਸਰਕਾਰ ਦੀ ਇਹਨਾਂ ਚੀਜ਼ਾਂ ਦੇ ਉੱਤੇ ਦੇਖ ਲਓ, ਆਉਣਾ ਰੈਂਟ ਦਾ ਤੁਸੀਂ ਦੱਸ ਰਹੇ 5000 ਆ ਕਿ ਇਨਕਮ ਬੰਦਿਆਂ ਦੀ ਹੈ ਨਹੀਂ, ਤੁਸੀਂ ਇੰਨਾ ਦਬਾਈ ਜਾ ਰਹੇ ਹਰ ਚੀਜ਼ 'ਚ। ਗਰੋਸਰੀ ਦੇ ਲਓ, ਬਿਗ ਕਾਰਪੋਰੇਸ਼ਨ ਕਿੰਨਾ ਮੁਨਾਫਾ ਕਮਾ ਰਹੀਆਂ, ਉਹਨਾਂ ਨੂੰ ਕੋਈ ਪਕੜ ਨਹੀਂ ਹੈ, ਤੇ ਲੇਕਿਨ ਬਾਕੀ ਚੀਜ਼ਾਂ ਨੂੰ ਤੇ ਕਰੀ ਜਾ ਰਹੇ ਆ। ਇਹਦੇ ਬਾਰੇ ਜੇ ਇਹਨਾਂ ਦਾ ਕਦੀ ਸਵਾਲ ਹੋਏ ਤੇ ਇਹਨਾਂ ਨੂੰ ਜ਼ਰੂਰ ਪੁੱਛਣਾ ਕਿ ਕੀ ਕਰ ਰਹੇ ਆ ਤੁਸੀਂ ਜਿਹੜਾ। ਨਹੀਂ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ ਜੀ, ਲੋਕਾਂ ਨੂੰ ਇੱਥੋਂ ਅਮਰੀਕਾ ਜਾਣਾ ਪੈ ਰਿਹਾ ਦਵਾਈਆਂ ਖਰੀਦਣ। ਸਰ ਮੇਰਾ ਦੋਸਤ ਆ, ਉਹਦੇ ਬੱਚੇ ਬਿਮਾਰ ਸੀ, ਉਹ ਬਫਲੋ ਗਿਆ ਸਿਰਫ ਟੈਲੇਨੋਲ ਲੈਣ। ਅੱਛਾ ਤੁਸੀਂ? ਅੱਛਾ ਮੇਰਾ ਫਰੈਂਡ ਆ, ਉਹਦੇ ਬੱਚੇ 2 ਬਿਮਾਰ ਸੀਗੇ, ਉਹ ਬਫਲੋ ਗਿਆ ਟੈਲੇਨੋਲ ਲੈਣ। ਨਹੀਂ ਜੀ ਬਿਲਕੁਲ, ਕਈ ਲੋਕ ਅਮਰੀਕਾ ਜਾ ਰਹੇ ਨੇ ਔਰ ਖਾਸ ਕਰ ਜਿਹੜਾ ਅੱਜ ਕੱਲ੍ਹ ਦੇਖੋ, ਇੱਕ ਤੇ COVID-19, RSV ਜ਼ਿਆਦਾਤਰ ਬੱਚਿਆਂ 'ਚ ਹੋ ਰਿਹਾ ਹੈ ਔਰ ਜਿਹੜਾ ਫਲੂ ਹੈ, ਇਹ ਤਿੰਨੇ ਚੀਜ਼ਾਂ ਦੇ ਚਲਦਿਆਂ ਇਸ ਵੇਲੇ ਬੜੀ ਜ਼ਰੂਰਤ ਹੈਗੀ ਇੱਕ ਤਰਫ ਦਵਾਈਆਂ ਦੀ ਔਰ ਦੂਸਰੀ ਤਰਫ ਇਹ ਸਾਰਾ ਕੁਝ ਹੋ ਰਿਹਾ ਹੈ। ਹੈਲਥ ਕੈਨੇਡਾ ਜਿਹੜਾ ਹੈ ਜਾਂ ਆਪਣੀ ਜਿਹੜੀ ਸਰਕਾਰ ਹੈ, ਉਹਨਾਂ ਨੂੰ ਹੋਰ, ਤੁਹਾਡੀ ਗੱਲ ਸਹੀ ਹੈ, ਥੋੜਾ ਜਿਹਾ ਇਹਦੇ 'ਚ ਤੇਜ਼ੀ ਹੋਰ ਦਿਖਾਣੀ ਚਾਹੀਦੀ ਸੀਗੀ। ਇਸ ਵੇਲੇ ਕਈ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਖਾਸ ਕਰ ਬੱਚਿਆਂ ਦੀਆਂ ਬੜੀ ਉਹਦੀ ਸ਼ਾਰਟੇਜ ਹੈਗੀ, ਪਰ ਸਰਕਾਰ ਕਹਿ ਰਹੀ ਹੈ ਜੀ ਅਸੀਂ ਕਰ ਰਹੇ ਹਾਂ। ਚਲੋ ਬ੍ਰੈਂਪਟਨ 'ਚ ਕਿੰਨੇ ਇਹਨਾਂ ਨੇ ਘਰ ਬਣਾਤੇ ਆ ਜਾਂ ਕੋਈ ਚੀਜ਼ਾਂ ਵਾ, ਮਿਸੀਸਾਗਾ 'ਚ ਹਸਪਤਾਲ ਨਹੀਂ ਬਣੇ ਕੋਈ ਇਹਨਾਂ ਦੇ ਕੋਲੋਂ, ਇਹ ਚੀਜ਼ਾਂ ਨਹੀਂ ਬਣਾਉਂਦੇ ਜਿਹੜੀਆਂ ਸਿਹਤ ਦੀ ਆ ਉਹ, ਲੇਕਿਨ ਦੂਸਰੀ ਜਿਹੜੀ ਇਨਫਰਾਸਟ੍ਰਕਚਰ ਵਧਾਈ ਜਾ ਰਹੇ, ਲੇਕਿਨ ਇਹ ਜਿਹੜਾ ਚੀਜ਼ਾਂ ਨਹੀਂ ਬਣਾ ਰਹੇ ਹੈਗੇ, ਪਤਾ ਨਹੀਂ ਇਹਨਾਂ ਦੀ ਕੀ ਸਰਕਾਰ ਦੀ ਪਾਲਿਸੀ ਆ, ਇਹਦੇ ਬਾਰੇ ਜ਼ਰਾ ਜ਼ਰੂਰ ਦੱਸਿਓ। ਉਹ ਤਾਂ ਸਰ ਅਸੀਂ ਹੁਣੇ ਹੀ ਗੱਲ ਕਰਕੇ ਹਟੇ ਹਾਂ ਕਿ ਜਿਹੜੀ ਇਲੈਕਸ਼ਨ ਹੁੰਦੀ ਹੈ ਸਰ ਅਲੀ ਸਾਹਿਬ, ਅਸੀਂ ਕੀ ਕਰਦੇ ਹਾਂ, ਅਸੀਂ ਗੌਰ ਨਹੀਂ ਕਰਦੇ, 25% ਸਿਰਫ ਵੋਟਰ ਟਰਨ ਹੁੰਦਾ, ਸਿਰਫ 25% ਮਿਸੀਸਾਗਾ ਔਰ ਬ੍ਰੈਂਪਟਨ 'ਚ। ਜੇ ਅਸੀਂ ਵੋਟ ਪਾਉਣ ਨਹੀਂ ਜਾਵਾਂਗੇ, ਉਹਨਾਂ ਨੂੰ ਲੱਗਦਾ ਹੈ ਕਿ ਚਲੋ ਜਿਹੜੇ 100 ਚੋਂ 75 ਲੋਕਾਂ ਨੇ ਤਾਂ ਵੋਟ ਪਾਉਣ ਹੀ ਨਹੀਂ ਆਉਣਾ, ਜਿਹੜੇ 25 ਲੋਕਾਂ ਨੇ ਵੋਟ ਪਾਉਣ ਆਉਣਾ ਆ, 25 ਦੇ ਵਿੱਚੋਂ ਜੇ ਸਾਨੂੰ 10 ਬੰਦਿਆਂ ਨੇ ਵੀ ਵੋਟ ਪਾਤੀ ਤੇ 100 ਚੋਂ 10 ਬੰਦੇ ਚਾਹੀਦੇ ਨੇ ਵੋਟਾਂ ਪਾਉਣ ਲਈ। ਉਹ 10 ਬੰਦੇ ਕਿੱਦਾਂ ਲੈਂਦੇ ਆ ਕਿ ਠੀਕ ਹੈ ਜੀ ਤੁਹਾਨੂੰ ਕੋਈ ਨਾ ਕੋਈ ਵਧੀਆ ਜਿਹਾ ਬਿਆਨ ਦੇ ਦਿੰਦੇ ਆ ਕਿ ਜਿਹੜਾ ਤੁਸੀਂ ਖੁਸ਼ ਹੋ ਜਾਂਦੇ ਹੋ ਕਿ ਠੀਕ ਹੈ ਜੀ ਕੋਈ ਬਿਆਨ ਐਸਾ ਦੇ ਦਿੱਤਾ ਕਿ ਤੁਹਾਡੇ ਉੱਥੇ ਇੰਡੀਆ 'ਚ ਇੱਦਾਂ ਕਰ ਦਿਆਂਗੇ, ਪਾਕਿਸਤਾਨ 'ਚ ਇਹ ਚੀਜ਼ ਹੋਣੀ ਚਾਹੀਦੀ ਹੈ, ਉੱਥੇ ਮਿਡਲ ਈਸਟ 'ਚ ਇਹ ਚੀਜ਼ ਹੋਣੀ ਚਾਹੀਦੀ ਹੈ। ਉਹ 10 ਜਿਹੜੇ 100 ਚੋਂ 10 ਵੋਟਾਂ ਚਾਹੀਦੀਆਂ ਉਹਨੂੰ ਉਹਦੇ 'ਚ ਮਿਲ ਜਾਂਦੀ ਹੈ। ਉਹ ਕਹਿੰਦੇ ਫਿਰ ਠੀਕ ਹੈ, ਫਿਰ ਹਸਪੀਟਲ ਵੀ ਹੈ ਨਹੀਂ ਕੋਈ, ਪਿਛਲੇ 20 ਸਾਲਾਂ 'ਚ ਕੋਈ ਨਵਾਂ ਹਸਪੀਟਲ ਨਹੀਂ ਬਣਿਆ, ਉਹੀ ਇੱਕ ਹੈ ਬ੍ਰੈਂਪਟਨ 'ਚ। ਕੋਈ ਯੂਨੀਵਰਸਿਟੀ ਦੀ ਵੀ ਕਹਿੰਦੇ ਜੀ ਕੋਈ ਲੋੜ ਨਹੀਂ ਹੈ, ਠੀਕ ਹੈ ਜੀ, ਤੇ LRT ਵੀ ਨਹੀਂ ਆਈ, ਫਿਰ ਇੱਦਾਂ ਹੀ ਕੰਮ ਚੱਲ ਰਿਹਾ। ਸੋ ਇਹ ਖਿਆਲ ਕਰੋ ਇਲੈਕਸ਼ਨ ਦੇ ਟਾਈਮ, ਜਦੋਂ ਇਲੈਕਸ਼ਨ ਆਉਂਦੀ ਹੈ ਤੇ ਫਿਰ ਜ਼ਰੂਰ ਖੜੇ ਹੋ। ਜਦੋਂ ਉਹਨਾਂ ਨੂੰ ਲੱਗੇਗਾ ਵੀ 100 ਚੋਂ 25 ਨਹੀਂ ਵੋਟ ਪਾਉਣ ਆ ਰਹੇ ਭਾਜੀ, 40, 50, 70 ਬੰਦੇ ਵੋਟ ਪਾਉਣ ਆ ਰਹੇ ਨੇ, ਫਿਰ ਇਹ ਕੰਮ ਬਦਲੇਗਾ। ਥੈਂਕ ਯੂ ਜੀ ਸਰ। ਹਾਂਜੀ ਓਕੇ ਜੀ, ਥੈਂਕ ਯੂ ਜੀ।
ਜੀ ਅਗਲੀ ਕਾਲ ਹੋਰ ਬੰਦੇ ਜੀ। ਥੈਂਕ ਯੂ ਰਾਜਨ ਜੀ। ਹਾਂਜੀ ਰਾਜਨ ਜੀ ਤੁਸੀਂ ਆਉਂਦੇ ਰਹੋ, ਅਸੀਂ ਬਸ ਤਿੰਨ ਚਾਰ ਕਾਲਸ ਲੈ ਕੇ ਫਿਰ ਬੰਦ ਕਰਨਾ। ਤੁਹਾਡੇ ਜਿਹੜੇ ਟੈਕਸਟ ਆਏ ਨੇ ਮੈਂ ਉਹਨਾਂ ਦੇ ਵੀ ਕੋਸ਼ਿਸ਼ ਕਰਾਂਗਾ ਕਿ ਵਾਰੀ ਜਿਹੜੇ ਟੈਕਸਟ ਆਏ ਨੇ ਉਹਨਾਂ ਦੇ ਵੀ ਜ਼ਰੂਰ ਜਵਾਬ ਜਿਹੜੇ ਨੇ ਉਹ ਦਿੱਤੇ ਜਾਣ। ਅਵਤਾਰ ਸਿੰਘ ਜੀ ਦਾ ਮੈਸੇਜ ਆ, ਪਲੀਜ਼ ਆਸਕ ਜੀ ਦ ਰੈਂਟ ਇਨ। ਹਾਂਜੀ ਹੈਲੋ, ਤੁਹਾਡੀ ਆਵਾਜ਼ ਕੱਟ ਗਈ ਸੀ, ਕੀ ਕਹਿ ਰਹੇ ਜੀ? ਹਾਂਜੀ ਤੁਹਾਨੂੰ ਪੁੱਛ ਰਹੇ ਨੇ ਜੀ। ਅੱਛਾ ਪਹਿਲਾਂ ਰਾਜਨ ਜੀ ਦੀ ਗੱਲ ਸੁਣ ਲਓ ਫਿਰ ਮੈਂ ਅਗਲਾ ਸਵਾਲ ਲੈਣਾ। ਰਾਜਨ ਜੀ ਗੋ ਹੈਡ ਜੀ, ਤੁਸੀਂ ਅਨਮਿਊਟ ਕਰ ਲਿਆ ਪੂਰਾ। ਰਾਜਨ ਜੀ ਗੋ। ਜੀ ਨਮਸਕਾਰ ਜੀ। ਇੱਕ ਪੁੱਛਣਾ ਮੇਰੇ ਕੋਲ, ਇੱਕ ਮਤਲਬ ਮੈਂ ਕਿਸੇ ਨੂੰ ਕੰਡੋਮੀਨੀਅਮ ਰੈਂਟ ਤੇ ਦਿੱਤਾ 2 ਸਾਲ ਹੋ ਗਏ, ਉਹਦੀ ਕੋਈ ਲੀਜ਼ ਨਹੀਂ ਹੈਗੀ ਤੇ ਮਤਲਬ ਰੈਂਟ ਮਤਲਬ ਹੁਣ ਮੌਰਗੇਜ ਵੱਧ ਗਈ ਆ ਤੇ ਰੈਂਟ ਉਨਾ ਹੀ ਆ ਰਿਹਾ ਤੇ ਉਹਨਾਂ ਜੇ ਕੱਢਣਾ ਹੋਵੇ ਜਾਂ ਰੈਂਟ ਵਧਾਉਣਾ ਹੋਵੇ ਉਹਦੇ ਬਾਰੇ ਕੀ ਕੀਤਾ ਜਾ ਸਕਦਾ ਜੀ? ਕੱਢ ਤਾਂ ਤੁਸੀਂ ਸਕਦੇ ਨਹੀਂ ਹੋ ਜੀ, ਜਦ ਤੱਕ ਉਹਦਾ ਡਿਫਾਲਟ ਨਹੀਂ ਹੈਗਾ। ਅਗਰ ਲੀਜ਼ ਨਹੀਂ ਹੈਗੀ ਦੈਟ ਡਜ਼ਨਟ ਮੀਨ ਕਿ ਉਹ ਰੈਂਟ ਤੇ ਨਹੀਂ ਹੈਗਾ, ਉਹ ਮੰਥ ਟੂ ਮੰਥ ਮੰਨੀ ਜਾਂਦੀ ਹੈ, ਉਹ ਤੁਸੀਂ ਉਹਨੂੰ ਕੱਢ ਨਹੀਂ ਸਕਦੇ। ਰੈਂਟ ਇਨਕਰੀਜ਼ ਵਾਸਤੇ ਤੁਹਾਡਾ ਅਗਰ ਕਾਰ ਬਿਲਟ ਹੈਗਾ, ਰਜਿਸਟਰਡ ਹੋਇਆ ਪਿਆ 2018 ਤੋਂ ਪਹਿਲੇ, ਤਾਂ ਹੁਣ LTV ਦਾ ਰੂਲ ਅਪਣਾ ਕੇ ਤੁਹਾਨੂੰ ਰੈਂਟ ਵਧਾਉਣਾ ਪਏਗਾ। ਬਸ ਇਸ ਵਾਰ 2.5% ਹੈਗਾ, ਅਦਰਵਾਈਜ਼ ਤੁਸੀਂ ਉਹਨੂੰ ਕੱਢ ਨਹੀਂ ਸਕਦੇ ਕਿਸੇ ਹਾਲਤ ਵਿੱਚ ਵੀ। ਜਦ ਤੱਕ ਤੁਸੀਂ ਖੁਦ ਮੂਵ ਨਹੀਂ ਕਰਨਾ ਜਾਂ ਤੁਸੀਂ ਉਹਨੂੰ ਵੇਚਣਾ ਨਹੀਂ ਹੈਗਾ, ਇਹ 2 ਚੀਜ਼ਾਂ ਨੇ ਕੱਢਣ ਦਾ। ਉਹ ਵੀ 90 ਡੇਜ਼ ਦਾ ਨੋਟਿਸ ਜਾਏਗਾ ਉਹਨਾਂ ਨੂੰ ਮਿਨੀਮਮ, ਨਾਟ 60, ਆਈ ਵੁੱਡ ਸੇ 90, ਕਿਉਂਕਿ ਉਹ ਮੰਥ ਟੂ ਮੰਥ ਨੇ, ਸਾਲ ਦੀ ਲੀਜ਼ ਨਹੀਂ ਹੈਗੀ। 90 ਦਿਨ ਦਾ ਨੋਟਿਸ ਜਾਏਗਾ। ਉਸ ਤੋਂ ਬਾਅਦ ਤੁਸੀਂ ਜਿਹੜਾ ਉਹ ਵੀ 2 ਤਰੀਕੇ ਨੇ, ਜਾਂ ਤੁਸੀਂ ਖੁਦ ਮੂਵ ਕਰੋਗੇ ਜਾਂ ਤੁਹਾਡਾ ਇਮੀਡੀਏਟ ਫੈਮਿਲੀ ਮੈਂਬਰ, ਜਾਂ ਤੁਸੀਂ ਉਹਨੂੰ ਵੇਚੋਗੇ। ਉਹ ਜਿਹਨੂੰ ਵੇਚੋਗੇ ਉਹ ਵੀ ਖੁਦ ਰਹੇਗਾ ਜਾਂ ਉਹਦਾ ਇਮੀਡੀਏਟ ਫੈਮਿਲੀ ਮੈਂਬਰ, ਉਹਨੂੰ ਰੈਂਟ ਤੇ ਨਹੀਂ ਚਲਾ ਸਕਦਾ, ਨਹੀਂ ਤਾਂ ਉਹਨੂੰ ਸੇਮ ਟੈਨੈਂਟ ਰੱਖਣਾ ਪਏਗਾ। ਇੱਥੇ ਮੈਂ ਗੱਲ ਜਿਹੜਾ ਡਿਸਕਲੇਮਰ ਦੇਣਾ ਚਾਹੁੰਦਾ, ਕਈ ਵਾਰ ਮੈਨੂੰ ਬੜੇ ਮੈਸੇਜ ਆਉਂਦੇ ਨੇ ਕਿ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ, ਪਲੀਜ਼ ਕੰਟੈਕਟ ਏ ਪੈਰਾਲੀਗਲ ਔਰ ਏ ਲਾਇਰ, ਤਾਂ ਕਿ ਤੁਹਾਨੂੰ ਇੱਕ ਸਹੀ ਸਿੱਧੀ ਓਪੀਨੀਅਨ ਮਿਲ ਜਾਏ। ਹਾਲਾਂਕਿ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈਗਾ, ਮੈਂ ਰੋਜ਼ ਇਹ ਚੀਜ਼ਾਂ ਫੇਸ ਕਰਨਾ ਜੀ। ਇੱਕ ਮਾੜੀ ਗੱਲ ਪੁੱਛਾਂ ਜੀ, ਹੋਰ ਪੁੱਛਾਂ ਤੁਹਾਨੂੰ? ਜੀ ਦੱਸੋ। ਮੇਰੀ ਬੱਚੀ ਕਿਤੇ ਰਹਿੰਦੀ ਹੈ ਜੀ, ਉਹ ਪੜ੍ਹਾਈ ਕਰਦੀ ਆ, ਉਹ ਮਤਲਬ ਉੱਥੇ ਮੂਵ ਹੋਣਾ ਚਾਹੁੰਦੀ ਆ ਤੇ ਉਹ ਜੀ ਮਤਲਬ ਮੈਂ ਉਹਦਾ ਰੈਂਟ ਦੇ ਰਿਹਾ, ਉਹਨੂੰ ਜੇ ਉੱਥੇ ਮੂਵ ਕਰ ਦੇਣਾ ਤੇ ਬਿਲਕੁਲ ਤੁਹਾਡਾ ਇਮੀਡੀਏਟ ਫੈਮਿਲੀ ਮੈਂਬਰ ਜਾ ਰਿਹਾ, ਤੁਸੀਂ N12 ਫਾਰਮ ਦੇ ਅੰਦਰ ਫਾਰ ਇਮੀਡੀਏਟ ਫੈਮਿਲੀ ਮੈਂਬਰ ਦਾ ਨੋਟਿਸ ਦੇ ਕੇ ਤੁਸੀਂ ਆਪਣੀ ਬੱਚੀ ਨੂੰ ਮੂਵ ਕਰ ਸਕਦੇ ਹੋ 100%। ਇਹ ਧਿਆਨ ਰੱਖ ਲੈਣਾ ਕਿ ਮੂਵ ਕਰ ਦੇਣਾ। ਇਹ ਕਈ ਲੋਕਾਂ ਨੇ ਬੜੀ ਵੱਡੀ ਗਲਤੀ ਕੀਤੀ ਹੋਈ ਹੈ, ਉਹ ਨੋਟਿਸ ਦੇ ਕੇ ਮੂਵ ਨਹੀਂ ਕੀਤਾ ਜਾਂ ਮੂਵ ਜਾਣਬੁੱਝ ਕੇ 1-2 ਮਹੀਨੇ ਸ਼ੋਅ ਕਰਤਾ, ਉਹਦੇ ਬਾਅਦ ਕਿਰਾਏ ਤੇ ਚੜਾਤਾ ਤੇ ਉਹਨਾਂ ਦੇ ਬੜੇ ਵੱਡੇ ਪੰਗੇ ਪੈ ਗਏ ਉਹਨਾਂ ਨੂੰ ਫਿਰ LTV ਵੱਲੋਂ। ਇਹ ਧਿਆਨ ਰੱਖ ਲੈਣਾ ਬਸ, ਜੈਨੂਅਲ ਹੋਣੀ ਚਾਹੀਦੀ ਗੱਲ ਜੀ। ਜੈਨੂਅਲੀ ਆ, ਠੀਕ ਹੈ ਜੀ ਬਿਲਕੁਲ ਜੀ। ਥੈਂਕ ਯੂ ਸਰ, ਥੈਂਕ ਯੂ। ਹਾਂਜੀ ਬਹੁਤ ਸ਼ੁਕਰੀਆ ਜੀ। ਔਰ ਹਾਂਜੀ ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਅਵਤਾਰ ਸਾਹਿਬ ਦਾ ਮੈਸੇਜ ਬੜੀ ਦੇਰ ਦਾ ਆਇਆ ਹੋਇਆ। ਹਾਂਜੀ ਅਵਤਾਰ ਸਾਹਿਬ ਪੁੱਛ ਰਹੇ ਨੇ, ਪਲੀਜ਼ ਆਸਕ PK ਜੀ ਦੈਟ ਰੈਂਟ ਇਨਕਰੀਜ਼ ਕੈਨ ਬੀ ਡਨ houses constructed in 2018 or houses bought after 2018? थैंक यू अवतार सिंह। नवंबर 2018 के बाद कंस्ट्रक्शन नहीं, रजिस्ट्रेशन इन मैं क्लियर कर दिया। कंस्ट्रक्शन तो 4-5 सालों से चल रही होगी, उसकी रजिस्ट्री खत्म हुई है, उस बिल्डिंग दी या उस कार की रजिस्ट्री खत्म हुई है नवंबर 2018 के बाद। सर मैं भी इतने क्वेश्चन पूछ लगा, क्लैरिफाई। जी सर सर ਹੁਣ ਮੰਨ ਲਓ ਘਰ ਤਾਂ ਬਣੇ ਹੋਏ 2000 ਦਾ, ਮੈਂ ਖਰੀਦਿਆ 2019 ਚ। नहीं बिल्डिंग रजिस्ट्रेशन, बिल्डिंग रजिस्टर म्यूनसिपल नंबर खत्म हुई है। हाँ जी। अच्छा ਹਾਂਜੀ ਅਗਲਾ ਸਵਾਲ ਮੋਗਾ ਸਾਹਿਬ ਤੁਹਾਡੇ ਲਈ ਹੈਗਾ, ਕੁਐਸਚਨ ਫॉर ਮਿਸਟਰ ਮੋਗਾ, ਸ਼ੈਲ ਵੀ ਸਵਿਚ RESP ਫਰੋਮ ਮਿਊਚੁਅਲ ਫੰਡ ਟੂ GIC? ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ। ਇਹ ਤੁਹਾਡੇ ਫਾਈਨੈਂਸ਼ੀਅਲ ਪਲੈਨਰ ਨਾਲ ਗੱਲ ਕਰੋ। ਅਗਰ ਤੁਸੀਂ ਫੰਡਸ ਅੱਛੀ ਜਗ੍ਹਾ ਤੇ ਬੈਠੇ ਹੋ ਅਗਰ ਇਸ ਵੇਲੇ, ਔਰ ਉਹ ਉਮੀਦ ਹੈ ਕਿ ਉਹ ਫੰਡਸ ਅਗਾ ਉੱਠਣਗੇ, ਤਾਂ ਕਦੇ ਸਵਿਚ ਨਾ ਕਰੋ, ਕਿਉਂਕਿ 6 ਮਹੀਨੇ ਸਾਲ ਦੀ ਗੱਲ ਹੈ। ਇਹ ਮਾਰਕੀਟ ਜਦੋਂ ਉੱਠ ਕੇ ਆਵੇਗੀ ਤਾਂ ਅਗਰ ਅੱਛੀ ਜਗ੍ਹਾ ਤੇ ਬੈਠੇ ਹੋ ਤਾਂ ਰਿਵਰਸਲ ਵੀ ਉਸੇ ਤਰ੍ਹਾਂ ਆਵੇਗਾ। ਅਗਰ ਤੁਹਾਡੇ ਫੰਡ ਉਸ ਤਰ੍ਹਾਂ ਦੇ ਨਹੀਂ ਹੈਗੇ ਜਿਹੜੇ ਕਿ ਰਿਵਰਸ ਮਾਰਨਗੇ, ਕਈ ਕੰਪਨੀਆਂ ਨੇ ਸਰ ਹੁਣ ਖਤਮ, ਮਤਲਬ ਉਹ ਉਸ ਤੇਜ਼ੀ ਨਾਲ ਵਾਪਿਸ ਨਹੀਂ ਜਾਣਗੀਆਂ ਜਿਹੜੀਆਂ ਥੱਲੇ ਆ ਗਈਆਂ ਨੇ। ਤਾਂ ਅਗਰ ਤੁਸੀਂ ਉਸ ਜਗ੍ਹਾ ਤੇ ਬੈਠੇ ਹੋ, ਕੁਝ ਜਿਵੇਂ ਅਸੀਂ ਟੈਕਨੋਲੋਜੀ ਦੀ ਕੰਪਨੀਆਂ ਨੂੰ ਲੈ ਸਕਦੇ ਹਾਂ, ਕੁਝ ਹੋਰ ਕੰਪਨੀਆਂ ਨੇ ਜਿਹੜੀਆਂ, ਅਗਰ ਤੁਸੀਂ ਉਹਨਾਂ ਜਗ੍ਹਾ ਤੇ ਬੈਠੇ ਹੋ ਉਸ ਫੰਡ 'ਚ, ਤਾਂ ਫਿਰ ਰਿਵਰਸਲ ਇੰਨੀ ਤੇਜ਼ੀ ਨਾਲ ਨਹੀਂ ਜਾਏਗਾ, ਲੇਕਿਨ ਬਾਕੀ ਜਗ੍ਹਾ ਤੇ ਰਿਵਰਸਲ ਜਾ ਸਕਦਾ ਹੈ। ਸੋ ਤੁਹਾਡੇ ਇੰਡੀਵਿਜੂਅਲ ਸਿਚੁਏਸ਼ਨ ਹੈ, ਜਾਂ ਤੁਸੀਂ ਮੈਨੂੰ ਫੋਨ ਕਰ ਲਿਆ ਜੇ, ਮੈਨੂੰ ਫੰਡ ਦਿਖਾ ਦਿਆ ਜੇ, ਮੈਂ ਤੁਹਾਨੂੰ ਦੱਸ ਦਾਂਗਾ ਕਿ ਤੁਸੀਂ ਉੱਥੇ ਬੈਠੇ ਰਹੋ ਜਾਂ ਨਿਕਲ ਜਾਓ। ਜੀ ਠੀਕ ਹੈ ਜੀ। ਹਾਂਜੀ ਇਹ ਸਾਰੀ ਜਿਹੜੀ ਡਿਟੇਲ ਜਾਣਕਾਰੀ ਹੈ, ਇਹ ਇੱਕ ਸੈਮੀਨਾਰ ਜਿਹੜਾ ਹੋਣ ਜਾ ਰਿਹਾ 4 ਦਸੰਬਰ ਆਪਣੇ ਕੈਲੰਡਰ ਦੇ, ਆਮ ਸ਼ੋਰ ਤੁਸੀਂ ਮਾਰਕ ਕੀਤਾ ਹੋਇਆ। PK ਜੀ ਜ਼ਰਾ ਡਿਟੇਲ ਚ ਪਲੀਜ਼ ਦੱਸੋ ਸਰ। जी सारा उत्थे क्वेश्चन आंसर सेशन 1 घंटा पूरा चलेगा और 4 दिसंबर संडे हैगा, 4 दिसंबर ਨੂੰ ਸਾਡਾ ਸੈਮੀਨਾਰ ਹੈ 3 ਸਵਰ ਵਾਲਾ, ਜਿਹੜਾ ਪਹਿਲੇ ਵੀ ਚੱਲਦਾ ਰਹਿੰਦਾ ਸੀ, ਕੋਵਿਡ ਕਰਕੇ ਬੰਦ ਹੋ ਗਿਆ ਸੀਗਾ।
ਬਹੁਤ ਵੱਡੇ ਸਕੇਲ ਤੇ ਹੈਗਾ, ਇਸ ਕਰਕੇ ਕੋਈ ਫਿਕਰ 500 ਦੇ ਲਗਭਗ ਆਲਰੇਡੀ ਰਜਿਸਟਰ ਹੋ ਚੁੱਕੇ ਨੇ ਅੰਦਰ। ਐਂਡ ਇਹਦਾ ਮੈਂ ਹੋਰ ਡਿਟੇਲ ਨਹੀਂ ਦਿਆਂਗਾ ਕਿਉਂਕਿ ਅਸੀਂ ਬਾਈ ਇਨਵੀਟੇਸ਼ਨ ਹੀ ਇਨਵਾਈਟ ਕਰ ਰਹੇ ਹਾਂ। ਮੈਂ ਓਪਨ ਐਵੇਂ ਲੋਕੇਸ਼ਨ ਵਗੈਰਾ ਦੱਸ ਦਿਆਂ ਸਾਰਾ ਕੁਝ, ਤਾਂ ਕਈ ਵਾਰ ਲੋਕ ਇੱਥੇ ਆ ਕੇ ਖੜੇ ਰਹਿੰਦੇ ਨੇ ਤੇ ਬੜੀ ਐਮਬੈਰੈਸਮੈਂਟ ਹੋ ਜਾਂਦੀ ਹੈ। ਤੇ therealestateSeminar.ca ਇੱਥੇ ਆ ਕੇ ਰਜਿਸਟਰ ਕਰ ਲਓ। ਜਿਹਨੂੰ ਅਗਰ ਸਮਝ ਨਹੀਂ ਆ ਰਿਹਾ ਉਹ ਮੈਨੂੰ ਟੈਕਸਟ ਪਾ ਦੇ, ਮੈਂ ਉਹਨੂੰ ਲਿੰਕ ਭੇਜ ਦਿਆਂਗਾ। ਮੇਰਾ ਫੋਨ ਨੰਬਰ ਹੈ 6472994757 6472994757 ਤੇ ਮੈਨੂੰ ਟੈਕਸਟ ਪਾ ਦਿਓ ਫॉर द ਲਿੰਕ। ਤੁਹਾਨੂੰ ਲਿੰਕ ਚਲਾ ਜਾਏਗਾ, ਉੱਥੇ ਆ ਕੇ ਤੁਸੀਂ ਰਜਿਸਟਰ ਕਰਨਾ ਹੈ। ਰਜਿਸਟਰ ਕਰਨ ਦੇ ਬਾਅਦ ਕੁਝ ਦਿਨਾਂ ਦੇ ਅੰਦਰ 2-4 ਦਿਨ ਅੰਦਰ ਮੇਰੇ ਆਫਿਸ ਤੋਂ ਫੋਨ ਜਾਏਗਾ। ਅਗਰ ਕੋਈ ਕਮੀ ਪੇਸ਼ੀ ਹੋਈ ਤਾਂ ਤੁਹਾਨੂੰ ਪੁੱਛ ਲਏਗਾ, ਤੁਹਾਨੂੰ ਰਜਿਸਟਰ ਕਰ ਦੇਣਗੇ। ਤੇ ਇਹ ਸੈਮੀਨਾਰ 4 ਦਸੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਏਗਾ ਵਿਦ ਹॉट ਬ੍ਰੇਕਫਾਸਟ। 1 ਘੰਟੇ ਦੇ ਬਾਅਦ ਮੇਨ ਹਾਲ ਖੋਲੇਗਾ ਔਰ ਉੱਥੇ ਫਿਰ ਅੱਗੇ ਸਾਡਾ ਸੈਮੀਨਾਰ ਸਟਾर्ट ਹੋ ਜਾਏਗਾ। ਉਹਦੇ ਸਪੀਕਰ ਇੱਕ ਤੇ ਮੈਂ ਹੋਵਾਂਗਾ ਔਰ ਰੀਅਲ एस्टेट ਆਊਟਲੁੱਕ ਇੱਕ ਸਾਡੇ ਬੜੇ ਐਕਸਪੀਰੀਅੰਸਡ ਕੁਲੀਗ ਮਿਸਟਰ ਅਯਾਜ਼ ਬਾਂਜੀ, ਬਹੁਤ ਐਕਸਪੀਰੀਅੰਸ ਤੁਹਾਡੇ ਇੱਥੇ ਆਉਂਦੇ ਨੇ, ਕੱਲ ਵੀ ਆਣਗੇ ਤੁਹਾਡੇ ਇੱਥੇ। ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ। ਤੇ ਉਹ ਵੀ ਨੈਕਸਟ ਸਪੀਕਰ ਹੋਣਗੇ। ਉਹਦੇ ਬਾਅਦ ਸਾਡੀ ਇਨ ਹਾਊਸ ਲਾਇਰ ਕਰਿਸ਼ਮਾ ਉਹ ਵੀ ਸਪੀਕਰ ਹੋਏਗੀ। ਉਹਦਾ ਕੁਐਸਚਨ ਆਨਸਰ ਹੋਏਗਾ। ਸਭ ਤੋਂ ਵੱਡੀ ਗੱਲ ਹੈ ਕਿ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲੇਗਾ। ਜਦਵੀਰ ਜੀ ਵੀ ਇੱਥੇ ਹੋਣਗੇ ਆਪਣੀ ਟੀਮ ਦੇ ਨਾਲ, ਪੰਕਜ ਮੋਂਗਾ ਜੀ ਵੀ ਇੱਥੇ ਹੋਣਗੇ। ਸਾਰਿਆਂ ਨੂੰ ਮਿਲਣ ਦਾ ਰੂਬਰੂ ਆਪਣੇ ਸਾਹਮਣੇ ਦੇਖਣ ਦਾ ਮੌਕਾ ਮਿਲੇਗਾ। ਹੁਣ ਤੱਕ ਅਸੀਂ ਹਵਾ ਦੇ ਦੋਸਤ ਹੈਗੇ ਆ, ਫਿਰ ਸਾਹਮਣੇ ਇੱਕ ਦੂਜੇ ਨੂੰ ਦੇਖਣ ਦਾ ਵੀ ਬੜਾ ਵੱਡਾ ਮੌਕਾ ਮਿਲੇਗਾ। ਤੇ ਯੂ ਆਰ ਆਲ ਵੈਲਕਮ। ਉਹਦੇ ਬਾਅਦ ਫਿਰ 2 ਵਜੇ ਲੰਚ ਆ ਜਾਏਗਾ, ਹॉट ਲੰਚ, ਵਧੀਆ ਲੰਚ। ਉਹਦੇ ਲੰਚ ਦੇ ਬਾਅਦ ਫਿਰ ਜਿਹਨੂੰ ਕਹਿੰਦੇ ਨੇ ਜਸਟ ਵਾਈਂਡ ਅਪ ਹੋ ਜਾਏਗਾ ਸਾਰਾ ਕੰਮ। ਤੇ 4 ਦਸੰਬਰ therealestateSeminar.ca therealestateSeminar.ca। अगर समझ ना आए तो मुझे टेक्स्ट कर दो, वी विल सेंड यू द लिंक 6472994757। जी जी। थैंक यू वेरी मच।